ਦੇਸ਼ ਵਿਦੇਸ਼ ਵਿੱਚ ਬਾਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ, ਨਮਸਤੇ, ਸਲਾਮ, ਸਤਿ ਸ੍ਰੀ ਅਕਾਲ। ਦੋਸਤੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਸਾਡਾ ਇਹ ਵਿਸ਼ੇਸ਼ ਪ੍ਰੋਗਰਾਮ ਖਾਸ ਮੁਲਾਕਾਤ ਜਿਹੜੀ ਬਾਝ ਟੀਵੀ ਦੀ ਵਿਸ਼ੇਸ਼ ਪੇਸ਼ਕਸ਼ ਹੈ ਉਹ ਲੈ ਕੇ ਅਸੀਂ ਹਰ ਦਿਨ ਆਉਂਦੇ ਹਾਂ। ਇਸ ਦੇ ਵਿੱਚ ਅਸੀਂ ਇੱਕ ਖਾਸ ਮੁਲਾਕਾਤ ਕਰਾਉਂਦੇ ਹਾਂ ਇੱਕ ਵਿਸ਼ੇਸ਼ ਵਿਅਕਤੀ ਦੇ ਨਾਲ, ਜਿਸ ਨੇ ਸਾਹਿਤ ਦੇ ਖੇਤਰ ਵਿੱਚ ਜਾਂ ਕਿਸੇ ਹੋਰ ਸੱਭਿਆਚਾਰ ਸਮਾਜ ਦੇ ਨਾਲ ਸੰਬੰਧਿਤ ਖੇਤਰ ਦੇ ਵਿੱਚ ਆਪਣਾ ਕੰਮਕਾਰ ਕੀਤਾ ਹੋਵੇ। ਅਤੇ ਅੱਜ ਦੇ ਸਾਡੇ ਜਿਹੜੇ ਮਹਿਮਾਨ ਨੇ ਉਹ ਨੇ ਸਾਹਿਤਕਾਰ ਪਵਨ ਕੁਮਾਰ ਬੈਂਸ ਜੀ। ਇਹ ਪੇਸ਼ੇ ਤੋਂ ਐਡਵੋਕੇਟ ਨੇ, ਪਰ ਸਾਹਿਤਕ ਖੇਤਰ ਵਿੱਚ ਇਹਨਾਂ ਦਾ ਨਾਂ ਪਵਨ ਜੰਡੂ ਸਿੰਘੀਆ ਦੇ ਨਾਂ ਤੋਂ ਜਾਣੇ ਜਾਂਦੇ ਨੇ। ਅਤੇ ਬਾਕੀ ਆਪਾਂ ਗੱਲਬਾਤ ਇਹਨਾਂ ਦੇ ਨਾਲ ਹੀ ਕਰਦੇ ਹਾਂ। ਆਓ ਮਿਲਦੇ ਹਾਂ ਪਵਨ ਕੁਮਾਰ ਬੈਂਸ ਜੀ ਹੁਣਾਂ ਨੂੰ। ਪਵਨ ਕੁਮਾਰ ਜੰਡੂ ਸਿੰਘੀਆ ਜੀ ਨਾਲ ਆਪਾਂ ਸੰਬੋਧਨ ਕਰਦੇ ਹਾਂ। ਪਵਨ ਕੁਮਾਰ ਜੰਡੂ ਸਿੰਘੀਆ ਜੀ, ਬਾਝ ਟੀਵੀ 'ਤੇ ਆਉਣ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਮੈਂ ਖਾਸ ਮੁਲਾਕਾਤ ਔਰ ਬਾਝ ਟੀਵੀ ਦੇ ਸਾਰੇ ਮੈਨੇਜਮੈਂਟ ਨੂੰ ਆਪਣੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਹਾਂ ਜੀ। ਬੈਂਸ ਜੀ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਇਹ ਸਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਸਾਹਿਤਕਾਰ ਦੇ ਸਾਹਿਤਕ ਰਚਨਾ ਬਾਰੇ, ਉਹਦੇ ਜੀਵਨ ਬਾਰੇ ਗੱਲਬਾਤ ਕਰਦੇ ਹਾਂ। ਆਪਾਂ ਗੱਲਬਾਤ ਤੁਹਾਡੇ ਬਚਪਨ ਤੋਂ ਸ਼ੁਰੂ ਕਰਦੇ ਹਾਂ ਕਿ ਜਿਹੜਾ ਬੈਂਸ ਦਾ ਜਿਹੜਾ ਬਚਪਨ ਕਿੱਥੋਂ ਸ਼ੁਰੂ ਹੁੰਦਾ ਅਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਵੇਲੇ, ਤੁਹਾਡੇ ਘਰ ਪਰਿਵਾਰ ਦਾ, ਪਿੰਡ ਦਾ, ਜਾਂ ਜਿੱਥੇ ਵੀ ਤੁਹਾਡਾ ਰਹਿਣ ਸਹਿਣ ਸੀਗਾ ਉਹਦਾ, ਆਲੇ ਦੁਆਲੇ ਮੁਹੱਲੇ ਦਾ ਕਿੱਦਾਂ ਦਾ ਸੀ ਮਾਹੌਲ ਜਦੋਂ ਤੁਸੀਂ ਸੁਰਤ ਸੰਭਾਲੀ? ਜੀ, ਬਚਪਨ ਤਾਂ ਜੀ ਮੇਰਾ ਜਿੱਦਾਂ ਜੰਡੂ ਸਿੰਘਾ ਪਿੰਡ ਦੇ ਵਿੱਚ ਹੀ ਬੀਤਿਆ ਜੀ, ਜਿਸ ਤਰ੍ਹਾਂ ਆਮ ਬੱਚਿਆਂ ਦਾ ਬੀਤਦਾ ਹੈ। ਪਰ ਫਿਰ ਵੀ ਕੁਝ ਖਾਸ ਜੋ ਸਾਡੇ ਕਰਮਾਂ 'ਚ ਜਾਂ ਸਾਡੇ ਨਸੀਬ ਦੇ ਹਿੱਸੇ ਆਇਆ, ਉਹ ਘਰ ਦੀਆਂ ਤੰਗੀਆਂ ਤੋਰਸ਼ੀਆਂ ਔਰ ਬਹੁਤ ਗਰੀਬੀ ਦਾ ਮਾਹੌਲ ਜਿਹੜਾ ਅਸੀਂ ਹੰਢਾਇਆ ਬਚਪਨ ਦੇ ਵਿੱਚ। ਪਰ ਫਿਰ ਵੀ ਉਹਨਾਂ ਹਾਲਾਤਾਂ ਦਾ ਮੁਕਾਬਲਾ ਕਰਦੇ ਹੋਏ ਅਸੀਂ ਅੱਜ ਇਸ ਮੁਕਾਮ ਤੱਕ ਪਹੁੰਚੇ ਹਾਂ ਕਿ ਖਾਸ ਮੁਲਾਕਾਤ ਦੇ ਇਸ ਮੰਚ ਤੋਂ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਾਂ ਜੀ। ਜੀ, ਅਤੇ ਬਚਪਨ ਜਿਹੜਾ ਬੀਤਿਆ ਤੰਗੀਆਂ ਤਰੋਸ਼ੀਆਂ ਨਾਲ ਭਰਪੂਰ ਸੀਗਾ, ਕਿਰਤੀ ਪਰਿਵਾਰ ਦੇ ਨਾਲ ਸੰਬੰਧਿਤ ਸੀਗੇ ਤੁਸੀਂ, ਅਤੇ ਜਿਹੜਾ ਇਸ ਵੇਲੇ ਜਿਹੜੀ ਰੋਜੀ ਰੋਟੀ ਦਾ ਜ਼ਿਆਦਾ ਖਿਆਲ ਰਹਿੰਦਾ ਆ ਬੰਦੇ ਨੂੰ, ਅਤੇ ਕੰਮ ਕਾਜ ਜਿੰਨੇ ਕਹਿੰਦੇ ਹੁੰਦੇ ਪਰਿਵਾਰ ਦੇ ਮੈਂਬਰ ਉਹ ਕੰਮ ਕਰਨ ਅਤੇ ਨਾਲ ਜਿਹੜਾ ਸਿਖਾਵਾਂ ਜਿਹੜਾ ਰੋਟੀ ਪਾਣੀ ਦਾ 2 ਵੇਲੇ ਦਾ ਫੁਲਕਾ ਦਾਲ ਫੁਲਕਾ ਚੱਲਦਾ ਰਹੇਗਾ। ਅਤੇ ਇਸ ਦੇ ਨਾਲ ਤੁਸੀਂ LLB ਕੀਤੀ, ਉੱਚ ਪੜ੍ਹਾਈ ਕੀਤੀ। ਕਿਸ ਤਰ੍ਹਾਂ ਇਹ ਕਿੱਥੋਂ ਸ਼ੁਰੂ ਹੁੰਦੀ ਪੜ੍ਹਾਈ ਜਿਹੜੀ ਪ੍ਰਾਇਮਰੀ, ਫਿਰ ਉਹ ਕਿੰਨੀਆਂ ਕੁ ਜਿਹੜੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੋਊਗਾ? ਅਤੇ ਜਿਹੜੀ ਪੜ੍ਹਾਈ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਵੀ ਕਿਹੜੇ ਸਕੂਲ ਤੋਂ ਜਿਹੜੀ ਪ੍ਰਾਇਮਰੀ ਕੀਤੀ, ਹਾਈ ਕੀਤੀ, ਉਸ ਤੋਂ ਬਾਅਦ ਜਿਹੜਾ ਕਾਲਜ ਜਾਂ LLB ਤੱਕ ਪਹੁੰਚੇ, ਕਿਸ ਤਰ੍ਹਾਂ ਦਾ ਉਹ ਜਿਹੜਾ ਸਟੈਪ ਬਾਈ ਸਟੈਪ ਸ਼ੁਰੂ ਹੋਇਆ? ਜੀ, ਬਹੁਤ ਵਧੀਆ ਸਵਾਲ ਹੈ ਜੀ। ਮੈਂ ਜਿਹੜਾ ਮੇਰਾ ਆਪਣਾ ਵਿਚਾਰ ਆ ਕਿ ਮੈਂ ਸਭ ਤੋਂ ਪਹਿਲਾਂ ਮੈਂ ਆਪਣੀ ਪਹਿਲੀ ਟੀਚਰ ਜਿਹੜੀ ਆ ਆਪਣੀ ਮਾਂ ਨੂੰ ਮੰਨਦਾ ਆ, ਕਿਉਂਕਿ ਮੇਰੀ ਮਾਤਾ ਜੀ ਨੇ ਮੈਨੂੰ ਬੋਲਣਾ ਸਿਖਾਇਆ। ਮੇਰੇ ਮੂੰਹ 'ਚ ਲਫ਼ਜ਼ਾਂ ਦੀ ਜਿਹੜੀ ਆ, ਸ਼ਬਦਾਂ ਦੀ ਆ ਬੋਲੀ, ਉਹ ਮੇਰੀ ਮਾਂ ਨੇ ਮੈਨੂੰ ਦਿੱਤੀ, ਪੰਜਾਬੀ ਬੋਲੀ। ਉਸ ਤੋਂ ਬਾਅਦ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਗਿਆ, ਉੱਥੇ ਪੜ੍ਹਿਆ। ਪ੍ਰਾਇਮਰੀ ਸਕੂਲ ਤੋਂ ਬਾਅਦ ਹਾਈ ਸਕੂਲ 'ਚ ਗਿਆ, ਹਾਈ ਸਕੂਲ 'ਚ ਪੜ੍ਹਿਆ, ਮੈਟ੍ਰਿਕ ਕੀਤੀ। ਔਰ ਉਸ ਤੋਂ ਬਾਅਦ +2 ਕਰਨ ਲਈ ਮੈਂ ਦੁਆਬਾ ਕਾਲਜ ਜਲੰਧਰ ਸ਼ਹਿਰ ਦੇ ਵਿੱਚ ਗਿਆ। ਹਾਂਜੀ, ਅਤੇ ਜਿਹੜੀ ਮੇਰੀ ਗ੍ਰੈਜੂਏਸ਼ਨ ਸੀਗੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਬਸਤੀ 9 ਤੋਂ ਮੈਂ ਕੀਤੀ ਗ੍ਰੈਜੂਏਸ਼ਨ ਦੀ ਡਿਗਰੀ। ਫਿਰ ਉੱਥੇ ਈਵਨਿੰਗ ਕਾਲਜ ਹੈ। ਗ੍ਰੈਜੂਏਸ਼ਨ ਕਰਨ ਦੇ ਦੌਰਾਨ ਮੈਨੂੰ ਇੱਕ ਝਟਕਾ ਲੱਗਾ, ਮੇਰੀ ਜ਼ਿੰਦਗੀ ਦਾ ਜਿਹੜਾ ਸਭ ਤੋਂ ਵੱਡਾ ਦੁਖਾਂਤ ਸੀ, ਮੇਰੇ ਪਿਤਾ ਜੀ ਦਾ ਸਾਇਆ ਮੇਰੇ ਸਿਰ ਤੋਂ ਉੱਠ ਗਿਆ, ਜਿਹਦੀ ਵਜ੍ਹਾ ਕਰਕੇ ਮੈਨੂੰ ਲੱਗਾ ਕਿ ਮੇਰੀ ਪੜ੍ਹਾਈ ਇੱਥੇ ਰੁਕ ਜਾਊਗੀ, ਅਧੂਰੀ ਰਹਿ ਜਾਊਗੀ। ਪਰ ਫਿਰ ਵੀ ਮੈਂ ਹੌਸਲਾ ਨਹੀਂ ਛੱਡਿਆ। 7 ਸਾਲ ਮੈਂ ਨਵੀਂ ਕਚਹਿਰੀ ਜਲੰਧਰ ਦੇ ਵਿੱਚ ਟਾਈਪਿੰਗ ਕੀਤੀ ਔਰ 2001 ਦੇ ਵਿੱਚ ਮੈਂ LLB ਦਾ ਐਂਟਰੈਂਸ ਟੈਸਟ ਉਸ ਵੇਲੇ ਹੋਇਆ ਕਰਦਾ ਸੀ, ਉਹ ਪਾਸ ਕੀਤਾ ਔਰ ਮੈਰਿਟ ਦੇ ਵਿੱਚ ਮੈਨੂੰ LLB ਦੀ ਸਟੂਡੈਂਟ ਦੀ ਜਿਹੜੀ ਹੈ ਸੀਟ ਮਿਲ ਗਈ। ਔਰ ਮੈਂ 2004 ਦੇ ਵਿੱਚ ਆਪਣੀ LLB ਦੀ ਡਿਗਰੀ ਕੰਪਲੀਟ ਕੀਤੀ GND ਯੂਨੀਵਰਸਿਟੀ ਤੋਂ। ਔਰ ਉਸ ਤੋਂ ਬਾਅਦ ਮੈਂ ਆਪਣੀ ਐਨਰੋਲਮੈਂਟ ਲਈ ਚੰਡੀਗੜ੍ਹ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਉੱਥੇ ਐਨਰੋਲਮੈਂਟ ਕਰਾਈ ਔਰ ਮੈਨੂੰ ਸਰਟੀਫਿਕੇਟ ਮਿਲਿਆ। ਫਿਰ ਮੈਂ ਆਪਣਾ ਲਾਇਸੈਂਸ ਲੈ ਕੇ ਜਲੰਧਰ ਨਵੀਂ ਕਚਹਿਰੀ ਦੇ ਵਿੱਚ ਅੱਜ ਕੱਲ੍ਹ ਐਜ਼ ਐਨ ਐਡਵੋਕੇਟ ਮੈਂ ਪ੍ਰੈਕਟਿਸ ਕਰ ਰਿਹਾ ਜੀ। ਔਰ ਮਾਲਕ ਦਾ ਸ਼ੁਕਰ ਹੈ ਕਿ ਥੋੜ੍ਹਾ ਬਹੁਤਾ ਰੋਟੀ ਰੋਜੀ ਦਾ ਜਿਹੜਾ ਸਾਧਨ ਆ ਉਹ ਮਾਲਕ ਨੇ ਮੇਰੇ ਕਰਮਾਂ 'ਚ ਲਿਖ ਦਿੱਤਾ ਔਰ ਮੈਂ ਆਪਣੀ ਜ਼ਿੰਦਗੀ ਨੂੰ ਬਸਰ ਕਰ ਰਿਹਾ ਜੀ। ਬਿਲਕੁਲ ਜੀ, ਜਿਹੜਾ ਰੋਜੀ ਰੋਟੀ ਦਾ ਮਾਲਕ ਵੀ ਤਾਂ ਹੀ ਸਹਾਈ ਹੁੰਦਾ ਜੇ ਤੁਹਾਡੀ ਆਪਣੀ ਹਿੰਮਤ ਆ ਨਾਲ। ਜੀ ਬਿਲਕੁਲ, ਤੁਹਾਡੀ ਹਿੰਮਤ ਸੀਗੀ, ਤੁਸੀਂ
ਟਾਈਪਿਸਟ ਤੋਂ ਸ਼ੁਰੂ ਕਰਕੇ ਕੰਮ LLB ਤੇ ਕਰ ਕੁਝ ਵਕੀਲ ਬਣ ਕੇ ਜਿਹੜੇ ਆ ਜੱਜ ਦੇ ਸਾਹਮਣੇ ਜਾਂਦੇ ਹੋ, ਕਦੀ ਤੁਸੀਂ ਟੈਪ ਕਰਕੇ ਇੱਕ ਪੇਜ ਜਾਂ ਐਪਲੀਕੇਸ਼ਨ ਟੈਪ ਕਰਕੇ ਦਿੰਦੇ ਹੁੰਦੇ ਸੀਗੇ, ਉਹ ਜਿਹਾ ਮਾਹੌਲ ਸੀਗਾ। ਉਦੋਂ ਮਨ ਦੇ ਵਿੱਚ ਨਿਰਾਸ਼ਾ ਵੀ ਫੈਲਦੀ ਹੋਗੀ ਵੀ ਹੁਣ ਮੇਰੀ ਪੜ੍ਹਾਈ ਛੁੱਟ ਗਈ ਆ, ਹੁਣ ਮੈਂ ਕੀ ਕਰੂੰਗਾ। ਉਹ ਕੀ ਕਰੂੰਗਾ ਜਦੋਂ ਮਨ ਦੇ ਵਿੱਚ ਕਿਤੇ ਆਇਆ ਸੀਗਾ, ਤੇ ਉਹਨੇ ਗਾਂਹ ਤਰੱਕੀ ਕਰਨ ਦਾ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਵੀ ਕੀ ਕਰਨਾ, ਕਿੱਦਾਂ ਰਸਤਾ ਖੁੱਲਿਆ ਗਾ। ਕੋਈ ਬੰਦਾ ਸਹਾਈ ਹੋਇਆ ਆ ਕੇ, ਜਾਂ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਹ ਕੰਮ ਵੀ ਕਰੋ, ਨਾਲ ਨਾਲ ਪੜ੍ਹਾਈ ਵੀ ਕੁਝ ਨਹੀਂ ਕਰੋ। ਨਹੀਂ ਤਾਂ ਬੰਦਾ ਜਿੱਦਾਂ ਕਚਹਿਰੀ 'ਚ ਬੈਠ ਗਿਆ, ਉਹਨੂੰ 500-700 ਰੁਪਇਆ ਰੋਜ਼ ਦਾ ਆਉਣ ਲੱਗ ਪਿਆ, ਕਹਿ ਲਓ ਕਦੀ 250-300, ਉਹ ਕਹਿੰਦਾ ਹੁਣ ਗੁਜ਼ਾਰਾ ਹੋਣ ਲੱਗ ਪਿਆ ਘਰ ਦਾ। ਪਰ ਤੁਸੀਂ ਫਿਰ ਵੀ ਉਦੋਂ ਤੋਂ ਗਾਂਹ ਸਟੈਪ ਕੀਤਾ, ਚਾਲੂ ਆਪਣਾ ਜਿਹੜਾ ਪੱਟਿਆ, ਉਹ ਕਿਸ ਤਰ੍ਹਾਂ ਬਣਿਆ ਉਹ ਜਿਹੜਾ? ਜੀ ਮੈਂ 1.5 ਸਾਲ ਤਕਰੀਬਨ ਨਾ, ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਮਿਸਟਰ ਰਮੇਸ਼ਵਰ ਸਿੰਘ ਸੰਘਾ ਜੀ ਨੇ, ਉਸ ਵੇਲੇ ਇੱਥੇ ਵਕੀਲ ਹੁੰਦੇ ਸੀਗੇ, ਔਰ ਉਹਨਾਂ ਨੇ ਮੈਂਬਰ ਪਾਰਲੀਮੈਂਟ ਕੈਨੇਡਾ ਦੇ ਵਿੱਚ ਵੀ ਉਹ ਰਹੇ। ਮੈਂ ਉਹਨਾਂ ਦੇ ਨਾਲ 1.5 ਸਾਲ ਕੰਮ ਕੀਤਾ ਸੀਗਾ ਐਜ਼ ਕਲਰਕ ਜੀ। ਉਹਨਾਂ ਨੇ ਮੈਨੂੰ ਪਹਿਲੇ ਦਿਨ ਤੋਂ ਹੀ ਕਹਿ ਦਿੱਤਾ ਸੀ ਕਿ ਬੇਟਾ ਤੂੰ ਗ੍ਰੈਜੂਏਟ ਹੈ ਔਰ ਤੂੰ LLB ਕਰਨੀ ਹੈ। ਬਸ ਉਹ ਜਿਹੜਾ ਉਹਨਾਂ ਦੇ ਕਹੇ ਹੋਏ ਲਫ਼ਜ਼ ਸੀਗੇ, ਉਹਨਾਂ ਤੇ ਪੂਰਨਿਆਂ ਤੇ ਚੱਲਦੇ ਹੋਏ ਮੈਂ ਆਪਣਾ ਮਨ ਬਣਾ ਲਿਆ ਸੀਗਾ ਕਿ ਮੈਂ LLB ਜ਼ਰੂਰ ਕਰਨੀ ਹੈ, ਔਰ ਮੈਂ ਵਕਾਲਤ ਦੇ ਕਿੱਤੇ ਦੇ ਵਿੱਚ ਆ ਗਿਆ। ਯਾਨੀ ਕਿ ਉਹ ਘਰ ਕਰ ਗਿਆ ਇੱਕ ਉਹਨਾਂ ਦੇ ਕਹੇ ਹੋਏ ਸ਼ਬਦ, ਤੇ ਉਹ ਜਿਹੜੇ ਆ LLB ਵਕੀਲ ਬਣਨ ਦੀ ਇੱਛਾ ਉੱਥੇ ਜਾਗ ਪਈ ਤੇ ਉਹ ਵਕੀਲ ਤੁਸੀਂ ਬਣ ਗਏ ਜੀ। ਤੇ ਫਿਰ ਜਿਹੜਾ ਤੁਹਾਡਾ ਜਿਹੜਾ ਕਿੱਤਾ ਵਕਾਲਤ ਦਾ ਬੜਾ ਰੁਝੇਵਿਆਂ ਭਰਿਆ ਆ, ਟਾਈਮ ਬਹੁਤ ਘੱਟ ਹੁੰਦਾ, ਉਹ ਤੇ ਵੱਲ ਸਾਹਿਤਕਾਰੀ ਜਿਹੜੀ ਆ ਕਿੱਥੋਂ ਸ਼ੁਰੂ ਹੁੰਦੀ ਆ? ਨਾਲ ਜਦੋਂ ਵਕੀਲ ਬਣ ਗਏ ਜਾਂ ਕਿਤੇ ਪਿੱਛੇ ਹੀ ਨਾਲ ਤੁਰੀ ਆਉਂਦੀ ਸੀਗੀ ਬਚਪਨ ਦੇ ਵਿੱਚੋਂ ਹੀ? ਕਿਸ ਤਰ੍ਹਾਂ ਜਿਹੜੀ ਆ ਸਾਹਿਤਕਾਰੀ ਦੇ ਖੇਤਰ 'ਚ ਕਿਸ ਤਰ੍ਹਾਂ ਆਏ ਤੁਸੀਂ? ਹਾਂਜੀ, ਸਾਹਿਤਕਾਰੀ ਇੱਦਾਂ ਸੀ ਕਿ ਮੈਨੂੰ ਕੁਛ ਲਿਖਣ ਦਾ ਸ਼ੌਕ ਸੀ ਪਹਿਲਾਂ ਤੋਂ ਹੀ, ਕਾਲਜ ਲਾਈਫ ਤੋਂ। ਮੈਂ ਛੋਟੀ ਛੋਟੀ ਕਵਿਤਾ ਲਿਖਦਾ ਹੁੰਦਾ ਸੀ, ਔਰ ਮੇਰੇ ਜਿਹੜੇ ਪ੍ਰੋਫੈਸਰ ਸਾਹਿਬਾਨ ਹੁੰਦੇ ਸੀ ਉਹ ਮੈਨੂੰ ਐਪਰੀਸ਼ੀਏਟ ਕਰਦੇ ਸੀਗੇ ਕਿ ਤੂੰ ਵਧੀਆ ਲਿਖਿਆ ਹੈ। ਜਾਂ ਕੋਈ ਸਪਤਾਹਿਕ ਮੈਗਜ਼ੀਨ ਕਾਲਜ ਦੀ ਕੰਧ ਤੇ ਲੱਗਿਆ ਹੁੰਦਾ ਸੀਗਾ, ਉਹਦੇ 'ਚ ਵੀ ਮੈਂ ਕੁਛ ਨਾ ਕੁਛ ਲਿਖ ਕੇ ਦਿੰਦਾ ਸੀ ਤਾਂ ਵੀ। ਤੇ ਔਰ ਕਲਾਸ ਦੇ ਕਈ ਵਾਰੀ ਸਾਡੇ ਟੀਚਰ ਹੁੰਦੇ ਸੀ, ਕਈ ਵਾਰੀ ਮਾਹੌਲ ਥੋੜ੍ਹਾ ਜਿਹਾ ਚੇਂਜ ਕਰਨ ਲਈ ਕਹਿ ਦੇਣਾ ਕਿ ਤੁਸੀਂ ਬਈ ਕੋਈ ਇੱਕ ਸਟੂਡੈਂਟ ਆਓ ਔਰ ਥੋੜਾ ਜਿਹਾ ਆਪਣਾ ਕੁਝ ਸੁਣਾਓ, ਗੀਤ ਸੁਣਾਓ ਜਾਂ ਕਵਿਤਾ ਸੁਣਾਓ। ਫਿਰ ਮੈਂ ਇੰਟਰਸਟਡ ਹੁੰਦਾ ਸੀ, ਮੈਂ ਫਟਾਫਟ ਮੈਂ ਮੰਚ ਤੇ ਚਲਾ ਜਾਂਦਾ ਹੁੰਦਾ ਸੀਗਾ। ਹਾਂਜੀ, ਤੇ ਉਹ ਮੇਰੇ ਕਰਮਾਂ 'ਚ ਜਿੱਦਾਂ ਕਹਿੰਦੇ ਹੁੰਦੇ ਆ ਕਿ ਉਹ ਲਿਖਿਆ ਹੁੰਦਾ ਸੀ ਉਹਨਾਂ ਟਾਈਮ ਮੈਂ ਉਸ ਸਮੇਂ ਲਈ ਜਿਹੜਾ ਉਹ ਬਿਤਾਉਣਾ ਆ ਸਾਹਿਤਕ ਖੇਤਰ ਲਈ। ਤੇ ਉਹਨੇ ਮੈਨੂੰ ਪ੍ਰੇਰਿਤ ਕੀਤਾ ਹੌਲੀ ਹੌਲੀ ਲੋਕਾਂ ਦੀ ਐਪਰੀਸ਼ੀਏਸ਼ਨ ਮਿਲਣ ਦੇ ਨਾਲ। ਤੇ ਮੈਂ ਅੱਜ ਥੋੜਾ ਬਹੁਤਾ ਆਪਣਾ ਜਿੱਦਾਂ ਕਹਿੰਦੇ ਤੁਸ਼ ਬੁੱਧੀ ਦੇ ਨਾਲ ਮਾੜਾ ਮੋਟਾ ਕਲਮ ਦੀ ਜਿਹੜੀ ਨੋਕ ਆ ਉਹਦੇ ਤੋਂ ਲਫ਼ਜ਼ਾਂ ਦੀ ਇੱਕ ਤਰਤੀਬਬੱਧਤਾ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਕਾਗਜ਼ ਦੀ ਹਿੱਕ ਤੇ ਉਕਰਦਾ, ਤੇ ਕੋਈ ਕਵਿਤਾ ਬਣ ਜਾਂਦੀ ਹੈ ਤੇ ਕੋਈ ਗੀਤ ਬਣ ਜਾਂਦਾ ਹੈ। ਤੁਛ ਬੁੱਧੀ ਨਹੀਂ, ਇਹ ਤਾਂ ਤੁਸੀਂ ਵਕੀਲ ਹੋ, ਵਕੀਲ ਤਾਂ ਬੜੇ ਸ਼ਾਰਪ ਮਾਈਂਡ ਹੁੰਦੇ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਤੇ ਜਦੋਂ ਇੱਕ ਤੁਸੀਂ ਗੱਲ ਕੀਤੀ ਜਿਹੜੇ ਕੰਧ ਦੇ ਉੱਤੇ ਪਰਚੇ ਕਰਨੇ ਜਾਂ ਕੰਧ ਰਸਾਲੇ ਵਾਲਾ, ਇਹ ਜੇ ਕੰਧ ਰਸਾਲਾ ਕਿਸ ਤਰ੍ਹਾਂ ਹੁੰਦਾ ਸੀਗਾ ਤੁਹਾਡੀ ਜਿਹੜੀ ਛਪਦਾ ਹੁੰਦਾ ਸੀ ਕਿ ਉਹ ਜਿਹੜਾ ਆਪਾਂ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ? ਇੱਕ ਛੋਟੇ ਜਿਹੇ ਬ੍ਰੇਕ ਦਾ ਟਾਈਮ ਹੋ ਗਿਆ, ਇੱਕ ਸਵਾਲ ਦਾ ਜਵਾਬ ਆਪਾਂ ਬਾਅਦ ਦੇ ਵਿੱਚ ਲਵਾਂਗੇ। ਤੇ ਦਰਸ਼ਕੋ ਤੁਸੀਂ ਕਿਤੇ ਨਹੀਂ ਜਾਣਾ, ਇਸ ਤਰ੍ਹਾਂ ਹੀ ਬਣੇ ਰਹੋ, ਆਪਾਂ ਤੁਹਾਡੇ ਨਾਲ ਤੁਰੰਤ ਹੀ ਦੁਬਾਰਾ ਹਾਜ਼ਰ ਹੁੰਦੇ ਹਾਂ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਇਨਕਮ ਟੈਕਸਸ ਸਿੰਗਲ, ਮੈਰਿਡ, ਨਿਆਣੇ ਛੋਟੇ ਵੱਡੇ, ਕਾਲਜ ਜਾਂਦੇ ਆ, ਅਰਨ ਇਨਕਮ ਕ੍ਰੈਡਿਟ, eligible ਹੋ, it can be a complicated issue. Get it done professionally and filing it electronically. Come to a person with more than 20 years of experience. ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ ਜਿੱਥੇ ਸਿਰਫ
ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। more information ਜੈਸੀ ਸਿੰਘ ਐਂਡ ਸਾਜਿਦ ਤਰਾਰ। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਗਡੂਰਾ ਰੀਅਲ ਏਸਟੇਟ ਅਤੇ ਗਡੂਰਾ ਮੌਰਗੇਜ ਨਿਊਯਾਰਕ ਦੀ ਕੁਇਨਜ਼ ਵਿੱਚ ਸਭ ਤੋਂ ਪੁਰਾਣੀ ਬ੍ਰੋਕਰੇਜ ਕੰਪਨੀ। ਲੋਕਾਂ ਦੀ ਭਰੋਸੇਮੰਦ ਅਤੇ ਆਜ਼ਮਾਈ ਹੋਈ ਗਡੂਰਾ ਰੀਅਲ ਏਸਟੇਟ। ਇਸ ਕੋਲ ਭਰੋਸੇਮੰਦ ਰੀਅਲ ਏਸਟੇਟ ਏਜੰਟਾਂ ਦੀ ਟੀਮ ਹੈ। ਕਾਲ ਵਿਨੋਦ ਗਡੂਰਾ 9176828560। ਨਾਲ ਹੀ ਮੌਰਗੇਜ ਲਈ ਕਿਤੇ ਜਾਣ ਦੀ ਲੋੜ ਨਹੀਂ। ਗਡੂਰਾ ਮੌਰਗੇਜ ਇਸੀ ਛੱਤ ਹੇਠ ਪਰਚੇਜ਼ ਅਤੇ ਰੀਫਾਈਨੈਂਸ ਦੀ ਸਹੂਲਤ ਵੀ ਉਪਲਬਧ ਕਰਵਾਉਂਦਾ ਹੈ। Call Vineet Gadura MBA, President and Owner, Gadura Mortgage, number 7186400444। ਲੌਂਗ ਆਈਲੈਂਡ ਪੰਜਾਬੀ ਸਰਕਲ ਬੜੇ ਮਾਣ ਨਾਲ ਪੇਸ਼ ਕਰਦੇ ਨੇ ਵਿਸਾਖੀ ਮੇਲਾ ਇਨ ਲੌਂਗ ਆਈਲੈਂਡ, ਜਿਸ ਵਿੱਚ ਧਮਾਲਾ ਪਾਉਣਗੇ ਗੋਲਡਨ ਸਟਾਰ ਮਲਕੀਤ ਸਿੰਘ, ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆ, ਬਹੁਤੀ ਮੇਕਅਪ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆ, ਸੁਰਾਂ ਦੀ ਮਲਕਾ ਗੁਰਲੇਜ਼ ਅਖਤਰ, ਯਾਰ ਨੂੰ ਦੱਪਣ ਨੂੰ ਫਿਰ ਦੇਸੀ ਪਰ ਦਬਦਾ ਕਿੱਥੇ ਆ, ਅਤੇ ਗਾਇਕ ਕੁਲਵਿੰਦਰ ਕੈਲੀ। ਨੀ ਜੇ ਪਹਿਲੇ ਹੱਲੇ ਦਿਲ ਨਾ ਮੈਂ ਪੱਟਦਾ, ਦੱਸ ਮੈਨੂੰ ਕਿਹਨੇ ਕਹਿਣਾ ਠੱਗਬਾਜ਼ ਸੀ। ਮੇਲੇ 'ਚ ਦਰਸ਼ਕਾਂ ਲਈ ਹੋਵੇਗੀ ਫ੍ਰੀ ਐਂਟਰੀ ਤੇ ਨਾਲ ਹੋਣਗੀਆਂ ਲਾਈਵ ਪਰਫਾਰਮੈਂਸ, ਵੈਂਡਰਸ, ਫ੍ਰੀ ਕਿਡਜ਼ ਐਂਟਰਟੇਨਮੈਂਟ। ਸੋ ਮੇਲੇ 'ਚ ਰੌਣਕਾਂ ਵਧਾਉਣ ਲਈ ਪਹੁੰਚੋ 22 ਮਈ ਦਿਨ ਐਤਵਾਰ, ਆਈਜ਼ਨਹਾਵਰ ਪਾਰਕ, ਫੀਲਡ 6A, ਈਸਟ ਮੀਡੋ, ਨਿਊਯਾਰਕ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। ਬਾਜ ਟੀਵੀ ਨਾਲ ਦੁਬਾਰਾ ਨਾਲ ਜੁੜਨ ਲਈ ਧੰਨਵਾਦ। ਦਰਸ਼ਕੋ, ਗੱਲ ਚੱਲ ਰਹੀ ਹੈ ਆਪਣੀ ਪਵਨ ਕੁਮਾਰ ਜੀ ਹੁਣਾਂ ਨਾਲ ਤੇ ਖਾਸ ਮੁਲਾਕਾਤ ਦੇ ਵਿੱਚ ਅੱਜ ਦੇ ਸਾਡੇ ਮਹਿਮਾਨ ਨੇ। ਤੇ ਪਵਨ ਜੀ, ਗੱਲ ਚੱਲ ਰਹੀ ਸੀਗੀ ਆਪਣੀ ਕੰਧ ਮੈਗਜ਼ੀਨ ਤੋਂ। ਇਹ ਕੰਧ ਮੈਗਜ਼ੀਨ ਕਿਸ ਤਰ੍ਹਾਂ ਹੁੰਦੇ ਸੀਗੇ ਜਿਹੜੇ ਪ੍ਰਾਇਮਰੀ ਸਕੂਲਾਂ ਜਾਂ ਹਾਈ ਸਕੂਲਾਂ ਦੇ ਵਿੱਚ ਹੁੰਦੇ ਸੀਗੇ, ਤਾਂ ਕਿ ਉਹਨੂੰ ਕੌਣ ਲਿਖਦਾ ਸੀ, ਕੌਣ ਬਣਾਉਂਦਾ ਸੀਗਾ, ਜਾਂ ਉਹ ਕਿੱਦਾਂ ਉੱਤੇ ਕੰਧ ਦੇ ਉੱਤੇ ਜਿਹੜੇ ਚਿਪਕਾਏ ਜਾਂਦੇ ਸੀ? ਆਪਾਂ ਵਿਸਤਾਰ ਦੇ ਨਾਲ ਦਰਸ਼ਕਾਂ ਨਾਲ ਉਹ ਗੱਲ ਨੂੰ ਸਾਂਝੀ ਕਰਦੇ ਤੁਹਾਡੀ ਨੂੰ। ਜੀ 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 ਇੱਦਾਂ ਸੀ ਕਿ ਕਾਲਜ ਜਾਂ ਸਕੂਲ ਦੇ ਵਿੱਚ ਇੱਕ ਨੋਟਿਸ ਬੋਰਡ ਦੀ ਤਰ੍ਹਾਂ ਹੀ ਇੱਕ ਲੱਕੜ ਦਾ ਬਣਿਆ ਫਰੇਮ ਹੁੰਦਾ ਸੀ, ਜਿਹਦੇ ਉੱਪਰਲੇ ਬੰਨੇ ਜਾਂ ਤਾਂ ਸ਼ੀਸ਼ਾ ਲੱਗਾ ਹੁੰਦਾ ਸੀ ਜਾਂ ਜਾਲੀ ਲੱਗੀ ਹੁੰਦੀ ਸੀ, ਮੋਟੀ ਜਾਲੀ, ਜਿਹਦੇ ਵਿੱਚ ਦੀ ਕਿ ਪਿੱਛੇ ਜੋ ਵੀ ਚਿਪਕਾਇਆ ਗਿਆ ਪਰਚਾ ਆ ਉਹਨੂੰ ਪੜ੍ਹਿਆ ਜਾ ਸਕੇ। ਤੇ ਉਹਦਾ ਬਕਾਇਦਾ ਇੱਕ ਨਾਂ ਰੱਖਿਆ ਜਾਂਦਾ ਸੀ। ਕੋਈ ਵੀ ਜੋ ਸਾਡੇ ਜੋ ਇੰਚਾਰਜ ਸਹਿਬਾਨ, ਟੀਚਰ ਸਹਿਬਾਨ ਹੁੰਦੇ ਸੀਗੇ ਜਾਂ ਪ੍ਰੋਫੈਸਰ ਸਹਿਬਾਨ, ਉਹ ਉਸ ਮੈਗਜ਼ੀਨ ਦੇ ਇੰਚਾਰਜ ਹੁੰਦੇ ਸੀ, ਐਡੀਟਰ ਹੁੰਦੇ ਸੀਗੇ। ਉਹਨਾਂ ਨੇ ਸਾਰਾ ਉਹ ਮਤਲਬ ਕਿ ਮੈਨੇਜ ਕਰਨਾ ਹੁੰਦਾ ਸੀਗਾ। ਤੇ ਸਟੂਡੈਂਟਸ ਦੇ ਵਿੱਚੋਂ ਜਾਂ ਜਿਹੜੇ ਕਿ ਵਧੀਆ ਟੀਚਰ ਲਿਖਣ ਵਾਲੇ ਵੀ ਹੁੰਦੇ ਸੀਗੇ, ਕੋਈ ਉਹਨਾਂ ਵੱਲੋਂ ਵੀ ਕੁਛ ਨਾ ਕੁਛ ਲਿਖ ਕੇ ਉਸ ਮੈਗਜ਼ੀਨ ਨੂੰ ਭੇਜਿਆ ਜਾਂਦਾ ਹੈ। ਇਸ ਤਰ੍ਹਾਂ ਮਤਲਬ ਕਿ ਉਹ ਫਿਰ ਉਸ ਬੋਰਡ ਦੇ ਵਿਚਕਾਰ ਉਹ ਜਿਹੜੀਆਂ ਲਿਖਤਾਂ ਸੀਗੀਆਂ ਇਕੱਲੇ ਇਕੱਲੇ ਦੀਆਂ ਚਿਪਕਾ ਦਿੱਤੀਆਂ ਜਾਂਦੀਆਂ ਸੀ, ਔਰ ਉਹਨੂੰ ਬੜਾ ਚੰਗੇ ਤਰੀਕੇ ਦੇ ਨਾਲ ਸਜਾਇਆ ਜਾਂਦਾ ਸੀ ਤਾਂ ਕਿ ਉਹ ਅਟਰੈਕਟ ਕਰੇ ਦੂਸਰਿਆਂ ਨੂੰ ਪੜ੍ਹਨ ਲਈ। ਤੇ ਸਾਰੇ ਸਟੂਡੈਂਟ, ਟੀਚਰ ਸਹਿਬਾਨ ਮਤਲਬ ਕਿ ਉਹਨੂੰ ਪੜਿਆ ਕਰਦੇ ਸੀਗੇ। ਜੀ ਤੇ ਉਹ ਜਦੋਂ ਰਚਨਾ ਦਿੰਦੇ ਸੀ, ਉਹ ਜਿਹੜਾ ਇੰਚਾਰਜ ਸੀ ਉਹਦੇ ਕੋਲ ਜਮ੍ਹਾਂ ਕਰਵਾਉਂਦੇ ਸੀ, ਉਹ ਜਿਹੜੀ ਹੱਥ ਲਿਖਤੀ ਜਿਉਂ ਦੀ ਤਿਉਂ ਉੱਥੇ ਲਗਾਤੀ ਜਾਂਦੀ ਸੀ, ਜਾਂ ਉਹ ਟੈਪ ਕਰਕੇ ਜਾਂ ਉਹ ਆਪਣੇ ਹਿਸਾਬ ਦੇ ਨਾਲ ਲਗਾਉਂਦੇ ਹੁੰਦੇ ਸੀਗੇ, ਉਹਨੂੰ ਠੀਕ ਕਰਕੇ ਜਾਂ ਦੁਬਾਰਾ ਉਹਦੀ ਰੀਰਾਈਟਿੰਗ ਕੀਤੀ ਜਾਂਦੀ ਸੀਗੀ? ਨਹੀਂ ਜੀ, ਉਹਨੂੰ ਰੀਰਾਈਟਿੰਗ ਕਰਕੇ ਲਗਾਉਂਦੇ ਹੁੰਦੇ ਸੀਗੇ, ਐਜ਼ ਇਟ ਇਜ਼ ਨਹੀਂ ਸੀ ਲਗਾਇਆ ਜਾਂਦਾ ਉਹਨੂੰ, ਕਿਉਂਕਿ ਉਹਦੇ ਵਿੱਚ ਸਟੂਡੈਂਟਸ ਇੰਨਾ ਮਤਲਬ ਕਿ ਕਹਿ ਸਕਦੇ ਆ ਕਿ ਉਸ ਵੇਲੇ ਪਰਪੱਕ ਨਹੀਂ ਹੁੰਦਾ ਲਿਖਣ ਦੇ ਵਿੱਚ। ਫਿਰ ਉਹ ਸਾਡੇ ਟੀਚਰ ਸਾਹਿਬਾਨ ਹੀ ਸਾਨੂੰ ਮਦਦ ਕਰਦੇ ਸੀ ਕਿ ਇੱਥੋਂ ਇਹਨਾਂ ਵਰਡਿੰਗਸ ਨੂੰ ਇਦਾਂ ਕਰਨਾ ਹੈ। ਜੀ ਉਹ ਜਿਹੜਾ ਰॉ ਮਟੀਰੀਅਲ ਤੁਸੀਂ ਦੇ ਦਿੰਦੇ ਸੀ ਕਰਕੇ ਜਿਹੜਾ ਪੱਕਾ ਇੱਕ ਭਾਂਡਾ ਬਣਾ ਕੇ, ਉਹਦੇ ਨਾਲ ਫਿਰ ਸਾਨੂੰ ਸਿੱਖਣ ਲਈ ਵੀ ਬਹੁਤ ਕੁਝ ਮਿਲਦਾ ਸੀਗਾ। ਕਿਉਂਕਿ ਫਿਰ ਆਪਾਂ ਜਦੋਂ ਮਿਲਾਉਂਦੇ ਸੀ ਚੀਜ਼
ਉਹ ਕੀ ਚੇਂਜ ਕੀਤਾ ਜਾਂ ਕੀ ਨਵਾਂ ਆਇਆ ਉਸੇ ਕਰਕੇ ਤੇ ਗੱਲਾਂ ਬਾਤਾਂ ਆਪਾਂ ਨਾਲ ਦੀ ਨਾਲ ਕਰਦੇ ਰਵਾਂਗੇ। ਇੱਕ ਆਪਾਂ ਦਰਸ਼ਕਾਂ ਤੁਹਾਡੀ ਰਚਨਾ ਸਾਂਝੀ ਕਰਦੇ ਹਾਂ, ਕੀ ਸੁਣਾਓਗੇ ਤੁਹਾਨੂੰ ਸਾਨੂੰ ਹੁਣ? ਜ਼ਰੂਰ ਜੀ। ਜੀ ਮੇਰੀ ਚਲੋ ਮੈਂ ਇੱਕ ਗੱਲ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੇ ਆ ਬੈਂਸ ਸਾਹਿਬ ਦੀ ਆਵਾਜ਼ ਖੁਦ ਹੀ ਬਹੁਤ ਸੋਹਣੀ ਆ। ਇਹ ਤਰੰਨਮ 'ਚ ਹਰ ਜਿਹੜਾ ਗੀਤ ਆਪਣਾ ਸੁਣਾਉਂਦੇ ਆ। ਆਪਾਂ ਅੱਜ ਵੀ ਇਹਨਾਂ ਨੂੰ ਰਿਕੁਐਸਟ ਕਰਾਂਗੇ ਤਰੰਨਮ 'ਚ ਸਾਨੂੰ ਸੁਣਾਇਓ, ਬੋਲ ਕੇ ਨਹੀਂ ਸਾਨੂੰ ਸੁਣਾਉਣਾ। ਜੋ ਬਹੁਤ ਬਹੁਤ ਮਿਹਰਬਾਨੀ ਦੂੜਾ ਸਾਹਿਬ, ਤੁਸੀਂ ਐਪਰੀਸ਼ੀਏਟ ਵੀ ਕੀਤਾ ਮੈਨੂੰ। ਔਰ ਮੈਂ ਇਹ ਆਪਣੀ ਕਵਿਤਾ ਜੋ ਹੈ ਆਪ ਜੀ ਨੂੰ ਤਰੰਨਮ ਦੇ ਵਿੱਚ ਸੁਣਾਵਾਂਗਾ ਜੀ। ਕਈ ਵਾਰ ਸਾਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਦੇ ਨਾਲ ਕੋਈ ਬਹੁਤਾ ਇਨਸਾਫ ਨਹੀਂ ਹੋ ਰਿਹਾ ਤੇ ਮਾਲਕ ਵੀ ਜਿੱਦਾਂ ਕੋਈ ਸਾਡੇ ਤੇ ਇਤਰਾਜ਼ ਰੱਖਦਾ ਆ ਜੀ। ਤੋ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਆਪਣੇ ਜਿਹੜੇ ਹਾਵ ਭਾਵ ਆ ਉਹ ਇਦਾਂ ਇਸ ਕਵਿਤਾ ਦੇ ਵਿੱਚ ਲਿਖੇ ਆ ਜੀ। ਹਾਂਜੀ, ਤੋ ਆਪ ਜੀ ਦੀ ਨਜ਼ਰ ਕਰ ਰਿਹਾ, ਪ੍ਰੇਮ ਪਿਆਰ ਨਾਲ ਸਰਵਣ ਕਰਨਾ ਜੀ। ਮੇਰਾ ਚਾਅ ਜਿਉਣ ਦਾ ਵੇਖ ਕੇ ਰੱਬ ਵੀ ਹਰਖ ਗਿਆ, ਉਹ ਵੀ ਚਾਹੁੰਦਾ ਕਿ ਮੈਂ ਜਿਉਂਦੇ ਜੀ ਮਰ ਜਾਵਾਂ। ਬਹੁਤ ਵਧੀਆ। ਮੇਰਾ ਚਾਅ ਜਿਉਣ ਦਾ ਵੇਖ ਕੇ ਰੱਬ ਵੀ ਹਰਖ ਗਿਆ, ਉਹ ਵੀ ਚਾਹੁੰਦਾ ਕਿ ਮੈਂ ਜਿਉਂਦੇ ਜੀ ਮਰ ਜਾਵਾਂ। ਜਦ ਫੁੱਲ ਖਿੜਿਆ ਮਹਿਕੇ ਟਹਿਕੇ ਨਾਲ ਬਹਾਰਾਂ ਦੇ, ਜਦ ਫੁੱਲ ਖਿੜਿਆ ਮਹਿਕੇ ਟਹਿਕੇ ਨਾਲ ਬਹਾਰਾਂ ਦੇ, ਫਿਰ ਕਿਉਂ ਰੁੱਸੀਆਂ ਫਿਰਦੀਆਂ ਬੂਟੇ ਨਾਲ ਹਵਾਵਾਂ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਅੱਛੇ, ਬਹੁਤ ਵਧੀਆ। ਝੁੱਲਦੀਆਂ ਨੇਰੀਆਂ ਕਾਤੋਂ ਮਿਹਨਤ ਨੂੰ ਜਦ ਬੂਰ ਪਵੇ, ਝੁੱਲਦੀਆਂ ਨੇਰੀਆਂ ਕਾਤੋਂ ਮਿਹਨਤ ਨੂੰ ਜਦ ਬੂਰ ਪਵੇ, ਕਦ ਰੁੱਤ ਆਉਣੀ ਜਦ ਮੈਂ ਮਨ ਚਾਹਾ ਫਲ ਪਾਵਾਂ। ਬਹੁਤ ਅੱਛੇ। ਕਈ ਵਾਰੀ ਵੱਢ ਕੇ ਸੁੱਟਿਆ ਗਿਆ ਵਜੂਦ ਮੇਰਾ, ਹਾਏ ਕਈ ਵਾਰੀ ਵੱਢ ਕੇ ਸੁੱਟਿਆ ਗਿਆ ਵਜੂਦ ਮੇਰਾ, ਕਿਉਂ ਬਣ ਸੂਰਜ ਆਲਮ ਜਦ ਵੀ ਮੈਂ ਰੁਸ਼ਨਾਵਾਂ। ਬਹੁਤ ਅੱਛੇ, ਕੀ ਬਾਤ ਹੈ। ਗੀਤ ਮੇਰੇ ਦਾ ਮੁਖੜਾ ਕੋਇਲ ਪਈ ਇੱਕ ਗਾਉਂਦੀ ਸੀ, ਗੀਤ ਮੇਰੇ ਦਾ ਮੁਖੜਾ ਕੋਇਲ ਪਈ ਇੱਕ ਗਾਉਂਦੀ ਸੀ, ਰੌਲਾ ਰੱਪਾ ਪਾ ਉਹ ਵੀ ਘੇਰ ਲਈ ਕਾਲਿਆਂ ਕਾਂ। ਕੀ ਬਾਤ ਹੈ, ਬਹੁਤ ਅੱਛੇ, ਕੀ ਬਾਤ ਹੈ, ਬਹੁਤ ਵਧੀਆ ਜੀ। ਪਿਆਰ ਮੁਹੱਬਤ ਵੰਡਦਾ ਰਿਹਾ ਹਮੇਸ਼ਾ ਸਭ ਨੂੰ ਮੈਂ, ਪਿਆਰ ਮੁਹੱਬਤ ਵੰਡਦਾ ਰਿਹਾ ਹਮੇਸ਼ਾ ਸਭ ਨੂੰ ਮੈਂ, ਵੰਡ ਲੈ ਕੰਧਾਂ ਕੋਠੇ ਕਾਤੋਂ ਮੇਰਿਆਂ ਸਕੇ ਪਰਾਵਾਂ। ਬਹੁਤ ਅੱਛੇ, ਬਹੁਤ ਵਧੀਆ। ਗੱਲ ਨਾ ਕਦੇ ਮਰਨ ਦੀ ਜੰਡੂ ਸਿੰਘੀਆ ਪਵਨ ਕਰੇ, ਗੱਲ ਨਾ ਕਦੇ ਮਰਨ ਦੀ ਜੰਡੂ ਸਿੰਘੀਆ ਪਵਨ ਕਰੇ, ਸਾਂਭੇ ਰੱਖ ਹੌਸਲਾ ਲੱਖ ਮੁਸੀਬਤਾਂ ਤੇ ਦਲਗੀਰੀ ਹਾਵਾਂ, ਸਾਂਭੇ ਰੱਖ ਹੌਸਲਾ ਲੱਖ ਮੁਸੀਬਤਾਂ ਤੇ ਦਲਗੀਰੀ ਹਾਵਾਂ। ਮੇਰਾ ਚਾਅ ਜਿਉਣ ਦਾ ਵੇਖ ਕੇ ਰੱਬ ਵੀ ਹਰਖ ਗਿਆ, ਉਹ ਵੀ ਚਾਹੁੰਦਾ ਕਿ ਮੈਂ ਜਿਉਂਦੇ ਜੀ ਮਰ ਜਾਵਾਂ। ਕੀ ਬਾਤ ਹੈ, ਬਹੁਤ ਅੱਛੇ। ਕਿਆ ਇੱਕ ਬੇਸ਼ੱਕ ਇੱਕ ਰੋਸਾ ਵੀ ਆ ਰੱਬ ਤੇ, ਪਰ ਜਿਹੜਾ ਐਂਡ ਦਾ ਗੀਤ ਤੋੜਾ ਝਾੜਿਆ ਤੁਸੀਂ, ਚੜ੍ਹਦੀ ਕਲਾ ਵਿੱਚ ਕੋਈ ਗੱਲ ਨਹੀਂ, ਜਿਸ ਤਰ੍ਹਾਂ ਦਾ ਵੀ ਮਰਜ਼ੀ ਮਾਹੌਲ ਆ ਜਾਵੇ, ਜਿਸ ਤਰ੍ਹਾਂ ਦੀਆਂ ਉਤਰਾਵਾਂ ਚੜਾਵਾਂ ਆ ਜਾਣ ਜ਼ਿੰਦਗੀ ਦੇ, ਪਰ ਜਿਹੜਾ ਜ਼ਿੰਦਗੀ ਜਿਉਣ ਦਾ ਬਾਲਿਆ ਵੱਖਰਾ ਹੀ ਆ, ਜਿਹੜਾ ਅੰਦਾਜ਼ ਆ ਵੱਖਰਾ ਹੀ ਆ ਜੀ। ਤੇ ਤੁਸੀਂ ਸ਼ੁਰੂਆਤੀ ਜਦੋਂ ਗੀਤਾਂ ਤੋਂ ਸ਼ੁਰੂ ਕੀਤੀ ਆ, ਜਿਹੜੇ ਗੀਤ ਲਿਖੇ, ਤੁਹਾਡੇ ਗੀਤ ਰਿਕਾਰਡ ਵੀ ਹੋਏ ਆ ਜੀ। ਤੇ ਜਦੋਂ ਤੁਹਾਡਾ ਪ੍ਰੇਰਨਾ, ਆਪਾਂ ਗੱਲ ਕਰਾਂਗੇ ਪਹਿਲਾਂ ਪ੍ਰੇਰਨਾ ਸਰੋਤ, ਤੁਹਾਡਾ ਗੀਤਾਂ ਦਾ ਪ੍ਰੇਰਨਾ ਸਰੋਤ ਕੌਣ ਬਣਿਆ? ਉਹਦੇ ਨਾਲ ਕੋਈ ਦੋਸਤ ਮਿੱਤਰ ਯਾਰ ਸੀਗਾ, ਜਾਂ ਕੋਈ ਘਰ ਦਾ ਮਾਹੌਲ ਕਿਹੋ ਜਿਹਾ ਸੀਗਾ? ਸਾਹਿਤਕ ਸੀਗਾ ਜਿੱਥੋਂ ਤੁਹਾਨੂੰ ਜਿਹੜੀ ਪ੍ਰੇਰਨਾ ਮਿਲਦੀ ਆ ਗੀਤਾਂ ਲਿਖਣ ਦੀ ਜਾਂ ਸਾਹਿਤ ਰਚਨਾ ਲਿਖਣ ਦੀ? ਜੀ ਜੀ, ਘਰ ਦਾ ਮਾਹੌਲ ਤਾਂ ਮੇਰਾ ਸਾਹਿਤਕ ਨਹੀਂ ਸੀਗਾ। ਘਰ ਦਾ ਜਿੱਦਾਂ ਕਿ ਮੇਰਾ ਆਪਣਾ, ਮੇਰੇ ਅੰਦਰੋਂ ਮੇਰੇ ਜਿਹੜੇ ਵਲਵਲੇ ਸੀਗੇ, ਜਿਹੜੀਆਂ ਮੇਰੀਆਂ ਭਾਵਨਾ ਸੀਗੀਆਂ, ਉਹਨਾਂ ਨੂੰ ਮੈਂ ਕੋਸ਼ਿਸ਼ ਕੀਤੀ
ਲਿਖਣ ਦੀ ਜੀ ਪਹਿਲਾਂ ਇੱਕ ਕੋਈ ਗੀਤ ਲਿਖ ਹੋ ਗਿਆ, ਕਿਤੇ ਪੜ੍ਹਦੇ ਆ ਉਹਨੂੰ ਗਾਇਆ, ਕਿਤੇ ਸੋਹਣਾ ਲੱਗਾ ਕਿਸੇ ਨੂੰ, ਉਹਨੇ ਕਿਹਾ ਵੀ ਵਧੀਆ ਲਿਖ ਦਿੱਤਾ ਤੂੰ। ਫਿਰ ਉਸ ਤੋਂ ਬਾਅਦ ਡੇ ਬਾਈ ਡੇ ਜਾਂ ਜਿੱਦਾਂ ਲੋਕਾਂ ਦੀ ਐਪਰੀਸ਼ੀਏਸ਼ਨ ਮਿਲੀ, ਸਮਾਂ ਬੀਤਦਾ ਗਿਆ ਤੇ ਉਹ ਲਿਖਣ ਦੇ ਵਿੱਚ ਵੀ ਥੋੜਾ ਨਿਖਾਰ ਆਉਂਦਾ ਗਿਆ। ਸਾਡੇ ਟੀਚਰ ਸਾਹਿਬਾਨ, ਪ੍ਰੋਫੈਸਰ ਸਾਹਿਬਾਨ, ਉਹਨਾਂ ਨੇ ਸਾਨੂੰ ਬਹੁਤ ਮਤਲਬ ਕਿ ਜਿੱਦਾਂ ਦੁਆਬਾ ਕਾਲਜ ਦੇ ਸਰਦਾਰ ਰਗਵੀਰ ਸਿੰਘ ਸੀਗੇ, ਉਹਨਾਂ ਨੇ ਬਹੁਤ ਮਤਲਬ ਕਿ ਐਪਰੀਸ਼ੀਏਟ ਕਰਨਾ। ਸਰਦਾਰ ਜਤਿੰਦਰਪਾਲ ਸਿੰਘ ਜੌਲੀ ਪੰਜਾਬੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਡਰ ਰਹੇ, ਉਹਨਾਂ ਦੇ ਕੋਲ ਮੈਂ ਸਟੂਡੈਂਟ ਰਿਹਾ, ਉਹਨਾਂ ਨੇ ਮੈਨੂੰ ਬਹੁਤ ਮਤਲਬ ਕਿ ਐਪਰੀਸ਼ੀਏਟ ਕੀਤਾ ਇੱਧਰਲੇ ਪਾਸੇ ਨੂੰ। ਮੇਰੀਆਂ ਕਵਿਤਾਵਾਂ ਦੇ ਵਿੱਚ ਵੀ ਨਿਖਾਰ ਲਿਆਂਦਾ, ਮੈਨੂੰ ਸਿਖਾਇਆ ਵੀ, ਔਰ ਇਸੇ ਤਰ੍ਹਾਂ ਹੌਲੀ ਹੌਲੀ ਇਹ ਕਾਰਵਾਂ ਚੱਲਦਾ ਗਿਆ। ਅੱਜ ਆਪ ਜੀ ਦੇ ਸਾਹਮਣੇ ਆ ਜੀ। ਤੇ ਗੀਤਾਂ ਦੀ ਆਪਾਂ ਗੱਲ ਕਰਦੇ, ਜਦੋਂ ਗੀਤ ਲਿਖਦਾ ਬੰਦਾ ਪਹਿਲੇ 2-4 ਲਿਖ ਲੈਂਦਾ, 5 ਲਿਖ ਲੈਂਦਾ, ਉਹ ਫਿਰ ਸੁਣਾਉਂਦਾ ਦੋਸਤਾਂ ਮਿੱਤਰਾਂ ਨੂੰ, ਉਹਨੂੰ ਜ਼ਿਆਦਾਤਰ ਇਹੀ ਸਲਾਹ ਦਿੰਦੇ ਆ ਕਿ ਜਾਂ ਹੁਣ ਇਹਨੂੰ ਗਾਇਕ ਨੂੰ ਜਿਹੜਾ ਗਾਉਣ ਨੂੰ ਆ ਨਾ ਕਿਸੇ ਕੋਲ ਗਵਾ ਲਾ। ਤੇ ਤੁਸੀਂ ਵੀ ਗੀਤ ਲਿਖੇ ਹੋਗੇ, ਫਿਰ ਡਾਇਰੀ ਚੱਕੋ ਆਪਣੀ ਗਾਇਕਾਂ ਦੇ ਤੇ ਦਫ਼ਤਰਾਂ ਦੇ ਵਿੱਚ ਜਾਂ ਕਿਸੇ ਨੂੰ ਮਿਲਣ ਗਿਲਣ ਵੀ ਗਏ ਹੋਗੇ, ਉਸ ਤਰ੍ਹਾਂ ਦਾ ਕੋਈ ਮਾਹੌਲ ਵੀ ਬਣਿਆ? ਹਾਂਜੀ ਜੀ, ਉਸ ਤਰ੍ਹਾਂ ਦਾ ਵੀ ਮਾਹੌਲ ਬਹੁਤ ਮੈਂ ਹੰਢਾਇਆ। ਗਾਇਕਾਂ ਦੇ ਮੈਂ ਦਫ਼ਤਰਾਂ ਦੇ ਵਿੱਚ ਤਕਰੀਬਨ ਚਲੇ ਜਾਂਦਾ ਹੁੰਦਾ, ਜਦੋਂ ਵੀ ਮੈਨੂੰ ਵਿਹਲਾ ਸਮਾਂ ਮਿਲਣਾ ਮੈਂ ਜ਼ਰੂਰ ਕਿਸੇ ਨਾ ਕਿਸੇ ਗਾਇਕ ਦੇ ਆਫਿਸ ਵਿੱਚ ਪਹੁੰਚ ਜਾਣਾ ਆਪਣੀਆਂ ਰਚਨਾਵਾਂ ਲੈ ਕੇ। ਪਰ ਤਕਰੀਬਨ ਸਾਰੇ ਜਿਹੜੇ ਸਿੰਗਰਸ ਹੁੰਦੇ ਸੀਗੇ ਹੈਗੇ ਸਾਰੇ ਮੇਰੇ ਲਈ ਸਤਿਕਾਰਯੋਗ ਆ, ਪਰ ਉਹਨਾਂ ਦਾ ਇਹ ਇੱਕ ਛੋਟਾ ਜਿਹਾ ਲਫ਼ਜ਼ ਹੁੰਦਾ ਸੀਗਾ ਕਿ ਗੀਤ ਜਿਹੜਾ ਕਮਰਸ਼ੀਅਲ ਹੋਣਾ ਚਾਹੀਦਾ ਆ। ਠੀਕ ਹੈ, ਪਰ ਮੇਰੇ ਗੀਤਾਂ 'ਚ ਪਤਾ ਨਹੀਂ ਕਿਸੇ ਨੂੰ ਕੋਈ ਕਮਰਸ਼ੀਅਲਿਜ਼ਮ ਲੱਗਾ ਨਹੀਂ। ਤੁਹਾਡਾ ਸਾਹਿਤਕ ਗੀਤ ਸੀਗੇ? ਹਾਂਜੀ, ਤੇ ਉਹ ਮਤਲਬ ਬਹੁਤ ਘੱਟ ਮਤਲਬ ਕਿ ਰਿਕਾਰਡ ਹੋਏ। ਫਿਰ ਵੀ ਮੇਰੇ ਕੁਝ ਧਾਰਮਿਕ ਗੀਤ ਵੀ ਰਿਕਾਰਡ ਹੋਏ ਆ, ਔਰ ਮੇਰੇ ਕੈਸਟਾਂ ਦੇ ਵਿੱਚ ਵੀ ਰਿਕਾਰਡ ਹੋਏ ਗੀਤ ਜੀ। ਪਿੰਗਾ ਪਿਆਰ ਦੀਆਂ ਫਿਲਮ ਬਣੀ ਸੀ ਇੱਕ, ਉਹਦੇ ਵਿੱਚ ਵੀ ਤੁਹਾਡਾ ਇੱਕ ਗੀਤ? ਉਹਦੇ ਵਿੱਚ ਵੀ ਹਾਂਜੀ ਬਿਲਕੁਲ। ਸਾਡੇ ਜੰਡੂ ਸਿੰਘਾ ਪਿੰਡ ਦੇ ਮਿਸਟਰ ਚਰਨਜੀਤ ਜੋਗੀ, ਜਿਨ੍ਹਾਂ ਦਾ ਅੱਜ ਕੱਲ ਬਹੁਤ ਨਾਂ ਆ ਇਸ ਖੇਤਰ ਦੇ ਵਿੱਚ, ਹਾਂਜੀ ਮੀਡੀਆ ਦੇ ਵਿੱਚ, ਹਾਂਜੀ ਅਸੀਂ ਤਕਰੀਬਨ ਦੋਨਾਂ ਨੇ ਹੀ ਉਹ ਪਿੰਗਾ ਪਿਆਰ ਦੀਆਂ ਫਿਲਮ ਦੇ ਵਿੱਚ ਜਦੋਂ ਗੀਤ ਦਿੱਤੇ ਸੀ ਤਾਂ ਸਾਡੀ ਜਿਹੜੀ ਇਹ ਸ਼ੁਰੂਆਤ ਉੱਥੋਂ ਹੀ ਹੋਈ ਸੀਗੀ ਜੀ। ਤੇ ਅੱਜ ਉਹਨਾਂ ਨੇ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ, ਪਰ ਮੈਂ ਉਸ ਲੈਵਲ ਤੇ ਨਹੀਂ ਪਹੁੰਚ ਸਕਿਆ। ਪਰ ਉਹ ਤਾਂ ਆਪਣੀ ਜਿਹੜੀ ਆ ਚੱਲ ਗਏ, ਇੱਕ ਮੁਕਾਮ ਹਾਸਲ ਕਰ ਲਿਆ। ਸ਼ੁਰੂਆਤ ਦੋਨਾਂ ਦੀ ਤੁਹਾਡੀ ਇਕੱਠਿਆਂ ਦੀ ਹੁੰਦੀ ਆ ਜੀ। ਤੇ ਤੁਹਾਡਾ ਪਿੱਛੇ ਰਹਿਣ ਦਾ ਕੀ ਕਾਰਨ ਬਣ ਗਿਆ, ਜਿਹੜਾ ਤੁਸੀਂ ਜੇ ਉਹਦੇ ਸਾਹਿਤਕ ਤੁਹਾਡੇ ਗੀਤ ਵੀ ਵਧੀਆ ਸਾਹਿਤਕ ਗੀਤ ਆ, ਲਿਖਣ ਦੀ ਮਕਤਾਦ ਵੀ ਉਨੀ ਆ, ਪਰ ਫਿਰ ਵੀ ਉਹ ਜਿਹੜੀ ਆ ਮੁਕਾਮ ਉਹ ਅੱਗੇ ਚੱਲ ਗਏ, ਤੁਸੀਂ ਪਿੱਛੇ ਰਹਿ ਗਏ, ਉਹਦਾ ਕੀ ਕਾਰਨ ਮੰਨਦੇ ਹੋ? ਕਿੱਥੇ ਜਿਹੜੀ ਕਮੀ ਰਹਿ ਗਈ, ਯਾਨੀ ਕੀ ਕਾਰਨ ਬਣ ਗਿਆ ਉਹ ਤੁਹਾਡੇ ਪਿੱਛੇ ਰਹਿਣ ਦਾ? ਸਮਾਂ ਨਹੀਂ ਦੇ ਹੋਇਆ ਜੀ। ਪਿਤਾ ਜੀ ਦੀ ਜੋ ਕਹਿੰਦੇ ਹੁੰਦੇ ਆ ਅਨਟਾਈਮਲੀ ਜਿਹੜੀ ਉਹ ਡੈਥ ਮੇਰੇ ਪਿਤਾ ਜੀ ਦੀ ਹੋਈ ਜੀ, ਉਹ ਟ੍ਰੈਜਡੀ ਮੇਰੇ ਨਾਲ ਜਿਹੜੀ ਵਾਪਰ ਗਈ, ਉਹਨੇ ਮੈਨੂੰ ਬਹੁਤ ਪਿੱਛੇ ਇਸ ਖੇਤਰ ਤੋਂ ਲੈ ਆਂਦਾ। ਜਾਨੀ ਕਿ ਜ਼ਿੰਮੇਵਾਰੀਆਂ ਜਿਹੜੀਆਂ ਵੱਧ ਗਈਆਂ ਤੇ ਆ ਗਈਆਂ, ਜਿਹੜੀਆਂ ਘਰ ਦੀਆਂ ਜਿਹੜੀਆਂ ਰੋਜੀ ਰੋਟੀ ਦਾ ਵੀ ਇਹਨਾਂ ਲਈ ਫਿਰ ਮੈਂ ਆਪਣੀ ਸਟੱਡੀ ਵੀ ਕੰਟੀਨਿਊ ਕੀਤੀ ਜੀ। 2001 ਦੇ ਵਿੱਚ ਮੈਂ ਆਪਣਾ ਐਂਟਰੈਂਸ ਟੈਸਟ LLB ਦਾ ਪਾਸ ਕੀਤਾ, ਔਰ ਮੈਂ ਫਿਰ 3 ਸਾਲ ਦੀ ਸਟੱਡੀ ਕੀਤੀ ਜੀ। ਹਾਂਜੀ, LLB ਮੈਂ ਫਿਰ ਉੱਥੋਂ ਆਪਣੀ ਡਿਗਰੀ ਲਈ ਔਰ ਵਕਾਲਤ ਦੇ ਖੇਤਰ ਵਿੱਚ ਆਇਆ। ਉਹ ਮੇਰੇ ਲਈ ਬੜਾ ਟਫ ਕੰਮ ਸੀਗਾ ਉਸ ਸਮੇਂ, ਪਰ ਫਿਰ ਵੀ ਮਾਲਕ ਦੀ ਕਿਰਪਾ ਨਾਲ ਹੋਇਆ ਜੀ। ਚਲੋ ਫਿਰ ਵੀ ਜਿੱਥੇ ਤੁਹਾਡਾ ਦਾਇਰਾ ਬੇਸ਼ੱਕ ਥੋੜਾ ਆ, ਪਰ ਜਿਹੜਾ ਮਜ਼ਬੂਤ ਆ, ਜਿਹੜੇ ਰੁੱਖਿਆ ਬੇਸ਼ੱਕ ਤੁਸੀਂ ਛੋਟਾ ਰੁੱਖਿਆ ਅਜੇ ਵੱਡਾ ਨਹੀਂ ਆ, ਪਰ ਜਿਹੜੀ ਤੁਹਾਡੀ ਛਾਂ ਆ ਓਨੀ ਹੀ ਸੰਘਣੀ ਆ, ਤੇ ਓਨੀ ਹੀ ਠੰਡੀ ਆ, ਤੇ ਓਨੀ ਮਿੱਟੀ ਆ। ਜਿਹੜੇ ਸਾਹਿਤਕ ਰਚਨਾ ਜ਼ਰੂਰੀ ਨਹੀਂ ਕਿ ਆਪਾਂ ਗੀਤ ਕੋਈ ਲਿਖ ਲਈਏ ਉਹ ਬਹੁਤ ਸਾਰੇ ਦੁਨੀਆ 'ਚ ਮਸ਼ਹੂਰ ਹੋ ਜਾਵੇ, ਜਾਂ ਜਿੱਦਾਂ ਆਪਾਂ ਗੱਲ ਕੀਤੀ ਕਮਰਸ਼ੀਅਲ ਦੀ, ਤੁਹਾਨੂੰ ਕੀ ਲੱਗਦਾ? ਇੱਦਾਂ ਦਾ ਹੀ ਲੱਗਦਾ ਸੀ ਕਮਰਸ਼ੀਅਲ ਤੋਂ ਉਹਨਾਂ ਦਾ ਭਾਵ ਵਿੱਚ ਤੇਰੇ ਕੋਲ 4 ਪੈਸੇ ਹੈਗੇ ਆ ਗੀਤ ਕਰਾਉਣ ਲਈ ਤਾਂ ਆ ਜਾ, ਨਹੀਂ ਤਾਂ ਇਹਦਾ ਮਤਲਬ ਕਦੀ ਇੱਦਾਂ ਨਹੀਂ ਸੋਚਿਆ ਸੀ ਵੀ ਪੈਸਿਆਂ ਬਾਰੇ ਗੱਲ ਕਰ ਰਹੇ ਆ? ਇੱਦਾਂ ਲੱਗਦਾ ਹੁੰਦਾ ਸੀਗਾ ਜੀ, ਪਰ ਆਪਣੇ ਕੋਲ ਨਹੀਂ ਸੀ ਹੁੰਦੇ ਦੇਣ ਲਈ। ਉਹ ਕਮਰਸ਼ੀਅਲ ਦਾ ਮਤਲਬ, ਕਮਰਸ਼ੀਅਲ ਦਾ ਮਤਲਬ ਤਾਂ ਇਹੀ ਹੁੰਦਾ ਸੀਗਾ, ਪਰ ਆਪਣੇ ਕੋਲ ਏਦਾਂ ਨਹੀਂ ਸੀ ਹੁੰਦਾ, ਕਿਉਂਕਿ ਆਪਾਂ ਤਾਂ ਖੁਦ ਅਜੇ ਸਟਰਗਲਿੰਗ ਸੀਗੇ ਉਸ ਵੇਲੇ। ਹਾਂਜੀ, ਸਟਰਗਲਿੰਗ ਸਟੇਜ ਦੇ ਵਿੱਚ ਅਸੀਂ ਕਿਸੇ ਨੂੰ ਕੀ ਦੇ ਸਕਦੇ ਆ? ਉਹ ਫਿਰ ਸਾਡੇ ਜਿਹੜਾ ਆ ਪਾਸੇ ਤੋਂ ਥੋੜਾ ਜਿਹਾ ਪਛੜੇਪਨ ਦਾ ਕਾਰਨ ਵੀ ਬਣਿਆ ਜੀ। ਚਲੋ ਕੋਈ ਇਸ ਤਰ੍ਹਾਂ ਨਹੀਂ ਗਾ, ਤੁਹਾਡੀ ਗੀਤ ਵਧੀਆ ਆ, ਜ਼ਰੂਰੀ ਨਹੀਂ ਕਿਸੇ ਗਾਇਕ ਨੇ ਗਾਣੇ ਆ ਤਾਂ ਉਹੀ ਚੰਗੇ ਜਦੋਂ ਛਪਦੇ ਆ ਜਾਂ ਕਿਸੇ ਨਾ ਕਿਸੇ ਪਲੇਟਫਾਰਮ ਦੇ ਰਾਹੀਂ ਲੋਕਾਂ ਤੱਕ ਪਹੁੰਚਦੇ ਆ, ਉਹ ਲੋਕਾਂ ਦੇ ਮਨ ਤੇ ਰਾਜ ਕਰਦੇ ਆ। ਤੇ ਜਿਹੜਾ ਤੁਸੀਂ ਵੀ ਆ ਜਿਹੜੇ ਗੀਤ ਖੁਦ ਵੀ ਗਾਏ ਆ, ਲਿਖੇ ਵੀ ਆ, ਜਿਹੜੇ ਤੁਹਾਡੇ ਗੀਤ ਜਿਹੜੇ ਛਪਦੇ ਵੀ ਰਹੇ ਆ, ਤੇ ਕਦੋਂ ਛਪਣਾ ਸ਼ੁਰੂ ਹੋਏ? ਕਿਸ ਅਖਬਾਰ 'ਚ ਪਹਿਲਾਂ ਛਪੇ ਜਾਂ ਮੈਗਜ਼ੀਨ 'ਚ ਛਪੇ, ਤੇ ਉਹਦਾ ਕਿਹੋ ਜਿਹਾ ਜਿਹੜਾ ਪ੍ਰਤੀਕਰਮ ਕਿਹੋ ਜਿਹਾ ਸੀਗਾ ਛਪ ਕੇ? ਤੁਹਾਨੂੰ ਪਹਿਲਾਂ ਤਾਂ ਕਿਸ ਤਰ੍ਹਾਂ ਮਹਿਸੂਸ ਹੋਇਆ ਸੀ ਜਦੋਂ ਪਹਿਲਾ ਗੀਤ ਛਪਿਆ? ਕਿਸ ਤਰ੍ਹਾਂ ਦੀ ਉਹਦੀ ਫੀਲਿੰਗ ਸੀਗੀ ਉਦੋਂ? ਜੀ
ਸਭ ਤੋਂ ਪਹਿਲਾਂ ਤਾਂ ਮੇਰਾ ਇੱਕ ਗੀਤ ਸੀਗਾ ਸੋਹਣੇ ਮੁਖ ਵਾਲੀਆਂ ਨਾਰਾਂ ਹੁਸਨਾਂ ਦੀਆਂ ਇਹ ਸਰਕਾਰਾਂ। ਇਹ ਜਸਵਿੰਦਰ ਮਿੰਟੂ ਮੁੰਡਾ ਸਿੰਗਰ ਸੀਗਾ ਖੋਲੇ ਕਿੰਗਰੇ ਦਾ ਜੀ, ਉਹਨੇ ਕੈਸਟ ਦੇ ਵਿੱਚ ਰਿਕਾਰਡ ਕਰਾਇਆ ਸੀਗਾ ਜੀ, ਤੇ ਉਹ ਤੋਂ ਮੈਨੂੰ ਥੋੜਾ ਜਿਹਾ ਹੌਸਲਾ ਮਿਲਿਆ ਸੀਗਾ। ਤੇ ਜੀ ਜੀ ਫਿਰ ਮੈਂ ਇੱਕ ਕਵਿਤਾ ਲਿਖੀ ਸੀ 15 ਅਗਸਤ ਤੇ, ਠੀਕ ਹੈ ਜੀ, ਆਜ਼ਾਦੀ ਦੇ ਦਿਹਾੜੇ ਤੇ। ਉਹ ਮੇਰੀ ਕਵਿਤਾ ਜਿਹੜੀ ਸੀ ਅੱਜ ਦੀ ਆਵਾਜ਼ ਜਿਹੜੀ ਅਖਬਾਰ ਆ ਉਹਦੇ ਵਿੱਚ ਉਹਨਾਂ ਨੇ ਛਾਪੀ, ਤੇ ਉਹ ਕਾਫੀ ਮੈਨੂੰ ਮਤਲਬ ਕਿ ਲੋਕਾਂ ਨੇ ਕਿਹਾ ਕਿ ਵਧੀਆ ਲਿਖਿਆ ਹੈ। ਤੇ ਉਸ ਤੋਂ ਬਾਅਦ ਹੋਰ ਜਿਹੜੇ ਮੈਗਜ਼ੀਨ ਭਗਵੰਤ ਰਸੂਲਪੁਰੀ ਜੀ ਉਹਨਾਂ ਦਾ ਮੈਗਜ਼ੀਨ ਸੁਰ ਸਾਂਝ, ਉਹਦੇ ਵਿੱਚ ਛਪਣ ਲੱਗ ਪਿਆ ਗੀਤ ਮੇਰੇ। ਤੇ ਲੋਕ ਰੰਗ ਮੈਗਜ਼ੀਨ ਨਿਕਲਦਾ ਹੈ, ਉਹਦੇ ਵਿੱਚ ਵੀ ਮੇਰੇ ਗੀਤ ਛਪੇ। ਤੇ ਜਿਹੜਾ ਇਸ ਤਰ੍ਹਾਂ ਦਾ ਪ੍ਰੇਮ ਪਿਆਰ ਮਿਲਦਾ ਗਿਆ ਸਰੋਤਿਆਂ ਦਾ ਜਾਂ ਪੜ੍ਹਨ ਵਾਲਿਆਂ ਦਾ, ਤੇ ਉਹਨੇ ਮੈਨੂੰ ਫਿਰ ਇੱਧਰਲੇ ਪਾਸੇ ਤੋਂ ਟੁੱਟਣ ਨਹੀਂ ਦਿੱਤਾ। ਥੋੜਾ ਥੋੜਾ ਮੈਂ ਆਪਣੀਆਂ ਜਿਹੜੀਆਂ ਭਾਵਨਾਵਾਂ ਸੀ ਉਹਨਾਂ ਨੂੰ ਲਿਖਦਾ ਰਿਹਾ। ਤੇ ਗੱਲਾਂ ਬਾਤਾਂ ਆਪਾਂ ਇਸ ਤਰ੍ਹਾਂ ਚੱਲਦੀਆਂ ਰਹੇਗੀਆਂ। ਇੱਕ ਛੋਟੇ ਜਿਹੇ ਬ੍ਰੇਕ ਦਾ ਸਮਾਂ ਹੋ ਗਿਆ। ਦਰਸ਼ਕੋ, ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਗਏ ਤੇ ਆਏ। ਨਿਕਲਦੇ ਯਾਰੋ ਚੰਗਿਆੜੇ ਅੱਗ ਦੇ, ਜੁੱਸਿਆਂ ਦੇ ਨਾਲ ਵੇਖੋ ਜੁੱਸੇ ਖਹਿੰਦੇ ਆ। ਜਦੋਂ ਕੌਡੀ ਦੇ ਮੈਦਾਨਾਂ ਵਿੱਚ ਖੇਡਦੇ ਪੰਜਾਬੀ, ਫਿਰ ਬੁਲਟਾਂ ਤੋਂ ਵੱਧ ਕੇ ਪਟਾਕੇ ਪੈਂਦੇ ਆ। ਹੋ ਜਾਓ ਤਿਆਰ ਪੰਜਾਬੀਓ, ਹੁਣ ਨਿਊਯਾਰਕ 'ਚ ਪੈਣਗੇ ਕਬੱਡੀ ਦੇ ਪਟਾਕੇ। NYC ਕਬੱਡੀ ਕਲੱਬ ਨਿਊਯਾਰਕ ਵੱਲੋਂ 10 ਜੁਲਾਈ 2022 ਦਿਨ ਐਤਵਾਰ ਨੂੰ ਕਬੱਡੀ ਦੇ ਸ਼ਹੀਦ ਸਵਰਗਵਾਸੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ ਸ਼ਾਨਦਾਰ ਨਿਊਯਾਰਕ NYC ਕਬੱਡੀ ਟੂਰਨਾਮੈਂਟ ਬਹੁਤ ਹੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨਹੀਂ ਹੋਏ ਨੀ ਗੱਲ ਸੁਣ ਮੁਟਿਆਰੇ। ਇਸ ਸ਼ਾਨਦਾਰ ਕਬੱਡੀ ਟੂਰਨਾਮੈਂਟ ਵਿੱਚ ਦੁਨੀਆ ਭਰ ਦੇ ਕਬੱਡੀ ਸੁਪਰਸਟਾਰ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਪਹੁੰਚਣਗੇ। ਖੇਡ ਮੈਦਾਨ 'ਚ ਜੁੱਸਿਆਂ ਨਾਲ ਜੁੱਸੇ ਭਿੜਦੇ ਦੇਖਣ, ਕਬੱਡੀ ਦੇ ਪਟਾਕੇ ਸੁਣਨ ਅਤੇ ਆਪਣੇ ਚਹੇਤੇ ਖਿਡਾਰੀਆਂ ਨੂੰ ਲਾਗਿਓਂ ਤੱਕਣ ਲਈ ਟੂਰਨਾਮੈਂਟ ਦੇਖਣ ਜ਼ਰੂਰ ਪਹੁੰਚੋ। ਇੰਡੀਅਨ, ਪਾਕਿਸਤਾਨੀ ਤੇ ਬੰਗਲਾਦੇਸ਼ੀ ਗਰੋਸਰੀ ਦਾ ਸਭ ਤੋਂ ਵੱਡਾ ਸਸਤਾ ਭੰਡਾਰ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ। ਭਾਰਤੀਆਂ ਦੇ ਗੜ ਐਡੀਸਨ ਵਿਖੇ ਤਾਜ਼ਾ ਸਬਜ਼ੀਆਂ ਤੇ ਗਰੋਸਰੀ ਤੋਂ ਇਲਾਵਾ ਹਰ ਵੇਲੇ ਨਾਲੋਂ ਨਾਲ ਰੋਟੀ, ਤਰ੍ਹਾਂ ਤਰ੍ਹਾਂ ਦੇ ਪਰੌਂਠੇ, ਸਮੋਸੇ, ਜਲੇਬੀਆਂ ਤੇ ਭਾਰਤੀਆਂ ਦੇ ਗਰਮਾ ਗਰਮ ਤਾਜ਼ਾ ਪਕਵਾਨ ਵੀ ਉਪਲਬਧ। ਨਿਊ ਜਰਸੀ ਦੇ ਜਰਸੀ ਸਿਟੀ ਵਿੱਚ ਸਭ ਸਹੂਲਤਾਂ, ਡੇਟਨ ਅਤੇ ਪੈਂਸਿਲਵੇਨੀਆ ਦੇ ਬੈਂਸਲਮ ਦੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਦੇ ਸਟੋਰ ਦੀ ਬਿਹਤਰੀਨ ਸਰਵਿਸ ਦਾ ਆਨੰਦ ਮਾਣੋ। 1700 ਔਕਟਰੀ ਰੋਡ, ਐਡੀਸਨ, NJ 08820 2975 John F. Kennedy Boulevard, Jersey City, NJ 07306 2631 Street Road, Baslam, PA 19020। ਜੇ ਤੁਸੀਂ ਐਲਰਜੀ, ਐਸਥਮਾ, ਗੈਸਟ੍ਰਿਕ, ਹਾਰਟਬਰਨ, ਗਾਲ ਸਟੋਨ, ਕਿਡਨੀ ਸਟੋਨ, ਡਾਇਬੀਟੀਜ਼, ਬਲੱਡ ਪ੍ਰੈਸ਼ਰ, ਆਰਥਰਾਈਟਿਸ ਅਤੇ ਗੁਪਤ ਰੋਗਾਂ ਦਾ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਤੇ ਕਾਲ ਕਰੋ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸੰਧੂ ਨੂੰ, ਜਿਨ੍ਹਾਂ ਦਾ 1973 ਤੋਂ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਦਾ ਪ੍ਰਿੰਸੀਪਲ, ਪ੍ਰੋਫੈਸਰ ਤੇ ਚੀਫ ਮੈਡੀਕਲ ਆਫੀਸਰ ਦੇ ਤੌਰ ਤੇ ਹੋਮਿਓਪੈਥਿਕ ਪ੍ਰੈਕਟਿਸ ਦਾ ਤਜਰਬਾ ਹੈ। ਕਿਸੇ ਵੀ ਬਿਮਾਰੀ ਜਾਂ ਕਿਸੇ ਵੀ ਉਮਰ ਵਿੱਚ ਇਲਾਜ ਕਰਵਾਉਂਦੇ ਜੇ ਥੱਕ ਗਏ ਹੋ ਤਾਂ ਹੋਮਿਓਪੈਥਿਕ ਦੇ ਸਿਧਾਂਤਕ ਇਲਾਜ ਲਈ ਡਾਕਟਰ ਗੁਰਦੀਪ ਸੰਧੂ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। P&J Fuel Wholesaler of Gasoline and Diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further.
S&S ਬ੍ਰੋਕਰਸ ਇਨਕਾਰਪੋਰੇਸ਼ਨ ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲੀਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਦਿਓਲ ਟਰਾਂਸਪੋਰਟ ਕੰਪਨੀ ਇੰਡੀਅਨ ਐਪਲਸ ਇੰਡੀਆਨਾ ਦੀ ਨਾਮੀ ਕੰਪਨੀ। ਇੰਡੀਅਨ ਐਪਲਸ ਤੋਂ ਈਸਟ ਕੋਸਟ ਦੀਆਂ ਸਟੇਟਾਂ ਨਿਊਯਾਰਕ, ਮੈਰੀਲੈਂਡ, ਪੈਨਸਿਲਵੇਨੀਆ, ਨਿਊ ਜਰਸੀ, ਵਰਜੀਨੀਆ ਅਤੇ ਨਾਰਥ ਕੈਰੋਲੀਨਾ ਦੇ ਹਰ ਤਰ੍ਹਾਂ ਦੇ ਡਰਾਈ ਲੋਡ ਅਤੇ ਇੰਡੀਅਨ ਐਪਲਸ ਤੋਂ ਲੋਕਲ ਲੋਡ ਵੱਡੀ ਗੱਡੀ ਤੇ ਕੰਮ ਲਈ ਡਰਾਈਵਰ ਵੀਰ ਅੱਜ ਹੀ ਸੰਪਰਕ ਕਰੋ ਜੀ। ਹਮੀ ਦਿਓਲ 5103181415 ਤੇ ਰਾਜ ਦਿਓਲ 3178356522 ਅਤੇ ਵਧੇਰੀ ਜਾਣਕਾਰੀ ਲਈ ਮੇਲ ਤੇ ਵੀ ਸੰਪਰਕ ਕਰ ਸਕਦੇ ਹੋ diol.trans@yahoo.com। ਸਾਡੇ ਨਾਲ ਜੁੜੇ ਰਹਿਣ ਲਈ ਦਰਸ਼ਕੋ ਧੰਨਵਾਦ। ਪ੍ਰੋਗਰਾਮ ਚੱਲ ਰਿਹਾ ਹੈ ਖਾਸ ਮੁਲਾਕਾਤ ਤੇ ਅੱਜ ਦੇ ਸਾਡੇ ਮਹਿਮਾਨ ਨੇ ਪਵਨ ਕੁਮਾਰ ਜੀ। ਪਵਨ ਕੁਮਾਰ ਜੀ, ਗੱਲਬਾਤ ਆਪਾਂ ਚੱਲ ਰਹੀ ਸੀਗੀ ਜਿਹੜੀਆਂ ਤੁਹਾਡੀਆਂ ਕਵਿਤਾ ਬਾਰੇ, ਤੁਹਾਡੇ ਬਾਰੇ। ਆਪਾਂ ਤੁਹਾਡੀ ਇੱਕ ਇੰਟਰਵਿਊ ਛਪੀ ਸੀ ਮਾਰੂਥਲਾ ਚੋਂ ਸਿਮ ਦਾ ਪਾਣੀ। ਉਹ ਜਿਹੜੀ ਆ ਮਾਰੂਥਲ ਦੇ ਵਿੱਚ ਜਿਹੜਾ ਪਾਣੀ ਜਿਹੜੀ ਆ ਉਹ ਸਮਝ ਜ਼ਿੰਦਗੀ ਦੀ ਆਪਾਂ ਨਕਾਰਾਤਮਕ ਜਿਹੜੀ ਆ ਸਥਿਤੀ ਨੂੰ ਬਿਆਨ ਕਰਦੀ ਸੀਗੀ ਵੀ ਜਿਹੜੀ ਜ਼ਿੰਦਗੀ ਆ ਪਤਾ ਨਹੀਂ ਅੱਜ ਆ ਕੱਲ੍ਹ ਆ। ਪਰ ਉਹ ਲੱਗਦਾ ਕਿ ਉਹ ਦਰਿਆ ਜਿਹੜਾ ਮਾਰੂ ਜਿਹੜਾ ਪਾਣੀ ਸਿਮ ਰਿਹਾ ਸੀ ਉਹਨੇ ਜਿਹੜਾ ਉਹ ਉੱਥੋਂ ਇੱਕ ਝਰਨਾ ਫੁੱਟਿਆ ਤੇ ਜਿਹੜਾ ਮਾਰੂਥਲ ਨੂੰ ਉਹਨੇ ਸਾਰੇ ਪਾਸੇ ਫੈਲ ਗਿਆ। ਉਹ ਮਾਰੂਥਲ ਦੇ ਵਿੱਚ ਇੱਕ ਦਰਿਆ ਬਣ ਗਿਆ ਇਸ ਵੇਲੇ। ਪਵਨ ਕੁਮਾਰ ਜਿਹੜਾ ਨਾ ਚੀਜ਼ ਨੂੰ ਇੱਥੇ ਤੱਕ ਨਾ ਪਹੁੰਚਾਓ ਜੀ। ਤੇ ਤੁਹਾਡਾ ਮੈਂ ਬੜਾ ਧੰਨਵਾਦੀ ਹਾਂ, ਤੁਸੀਂ ਬੜੀ ਸੋਚ ਜੀ ਅੱਗੇ ਵਾਲੀ ਰੱਖੀ ਹੈ ਮੇਰੇ ਪ੍ਰਤੀ ਜੀ। ਤੇ ਉਹ ਲੱਗਦਾ ਸੀ ਉਦੋਂ ਜੇ ਲਿਖਣ ਵਾਲੇ ਨੇ ਲਿਖਿਆ ਹੋਊਗਾ ਤੁਹਾਡੀ ਉਦੋਂ ਦੀ ਸਥਿਤੀ ਨੂੰ, ਪਰ ਮੈਨੂੰ ਜਿਹੜੀ ਹੁਣ ਦੀ ਸਥਿਤੀ ਲੱਗਦੀ ਆ ਕਿ ਉਹ ਜਿਹੜਾ ਦਰਿਆ ਬਹੁਤਿਆਂ ਦੀ ਪਿਆਸ ਵੀ ਬੁਝਾ ਰਿਹਾ ਹੈ, ਬਹੁਤਿਆਂ ਦੇ ਮਨ ਨੂੰ ਸ਼ਾਂਤ ਕਰ ਰਿਹਾ ਆ ਆਪਣੀਆਂ ਕਵਿਤਾਵਾਂ ਰਾਹੀਂ, ਗੀਤਾਂ ਰਾਹੀਂ ਤੇ ਹੋਰ ਜਿਹੜੀਆਂ ਸਾਹਿਤਕ ਬਣ ਗਿਆ ਰਾਹੀਂ। ਉਹ ਜਦੋਂ ਜਿਹੜੀ ਅਵਸਥਾ ਬਣਦੀ ਆ ਮਾਰੂਥਲ ਦੇ ਜਿਹੜੇ ਸਿਮ ਦੇ ਪਾਣੀ ਦੀ ਤੇ ਅੱਜ ਦੀ ਅਵਸਥਾ, ਉਹਦੇ ਵਿਚਕਾਰ ਕੋਈ ਗੀਤ, ਕੋਈ ਰਚਨਾਵਾਂ ਰਚੀ ਜਿਹੜੀ ਅੱਜ ਆਪਾਂ ਦਰਸ਼ਕਾਂ ਨਾਲ ਸਾਂਝੀ ਕਰਦੇ ਆ, ਉਹ ਸਾਨੂੰ ਤੁਸੀਂ ਆਪਣੀ ਰਚਨਾ ਜਿਹੜੀ ਆ ਕਰੋ ਸਾਂਝੀ ਜਿਹੜੀ ਦਰਸ਼ਕਾਂ ਨਾਲ ਜੀ। ਹਾਂਜੀ ਦੂੜਾ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸੁਰ ਸਾਂਝ ਮੈਗਜ਼ੀਨ ਦੇ ਵਿੱਚ ਜਦੋਂ ਮੇਰੀ ਇੱਕ ਮੁਲਾਕਾਤ ਉਹਨੂੰ ਲਿਖਿਆ ਗਿਆ ਜੀ ਇੰਟਰੋਡਕਸ਼ਨ ਨੂੰ, ਤਾਂ ਉਹਦੇ ਵਿੱਚ ਮੈਨੂੰ ਟਾਈਟਲ ਇਹੀ ਦਿੱਤਾ ਗਿਆ ਕਿ ਮਾਰੂਥਲਾਂ ਵਿੱਚ ਸਿਮ ਦਾ ਪਾਣੀ ਪਵਨ ਜੰਡੂ ਸਿੰਘੀਆ ਜੀ, ਕਿ ਪਤਾ ਨਹੀਂ ਕਦੋਂ ਖਤਮ ਹੋ ਜਾਣਾ। ਬਿਲਕੁਲ ਮਾਰੂਥਲਾਂ 'ਚ ਪਾਣੀ ਦਾ ਸਿਮਣਾ ਮਤਲਬ ਕਿ ਬਹੁਤ ਇੱਕ ਜੱਦੋ ਜਹਿਦ ਦੀ ਕਹਾਣੀ ਆ ਚੱਲਣਾ ਜੀ। ਪਰ ਕਹਿੰਦੇ ਹੁੰਦੇ ਆ ਕਿ ਮਾਲਕ ਜਿਸ ਨੂੰ ਰੱਖੇ ਉਸ ਨੂੰ ਕੋਈ ਮਾਰ ਨਹੀਂ ਸਕਦਾ। ਬਿਲਕੁਲ। ਤੇ ਹੁਣ ਮੈਂ ਕਹਿ ਸਕਦਾ ਕਿ ਮੈਂ 2019 ਦੇ ਵਿੱਚ ਜਦੋਂ ਕੈਨੇਡਾ ਦੀ ਧਰਤੀ ਤੇ ਪਹੁੰਚਿਆ 5ਵੀਂ ਵਿਸ਼ਵ ਪੰਜਾਬੀ ਕਾਨਫਰੰਸ ਅਟੈਂਡ ਕਰਨੇ ਦੇ ਲਈ, ਤਾਂ ਮੈਨੂੰ ਨਿਆਗਰਾ ਫਾਲਸ ਵੀ ਦੇਖਣ ਨੂੰ ਮਿਲਿਆ ਜੀ ਜੀ। ਔਰ ਮੇਰੀ ਖੁਸ਼ਨਸੀਬੀ ਆ ਕਿ ਮੈਂ ਕੈਨੇਡਾ ਦੀ ਧਰਤੀ ਤੇ ਜਾ ਕੇ ਵੀ 5ਵੀਂ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਅਟੈਂਡ ਕੀਤਾ। ਬਿਲਕੁਲ ਜੀ, ਬਿਲਕੁਲ। ਤੇ ਜਦੋਂ ਮੈਂ ਨਿਆਗਰਾ ਫਾਲਸ ਦੀਆਂ ਵਗਦੀਆਂ ਛੱਲਾਂ ਨੂੰ ਦੇਖਿਆ, ਮੇਰੇ ਮਨ ਦੇ ਵਿੱਚ ਜਿਹੜੇ ਵਲਵਲੇ ਆ ਉਹ ਭਾਵਨਾਵਾਂ ਇਸ ਤਰ੍ਹਾਂ ਦੀਆਂ ਉੱਠੀਆਂ ਜੀ। ਮੈਂ ਸ਼ਬਦਾਂ ਰਾਹੀਂ ਕਿੱਦਾਂ ਬਿਆਨ ਕਰ ਰਿਹਾ ਜੀ ਆਪ ਜੀ ਦੇ ਸਨਮੁਖ ਜੀ, ਇਸ ਤਰ੍ਹਾਂ ਰੱਖਦੇ ਜੀ। ਮੌਜ ਆਪਣੀ ਚ ਵਹਿੰਦਾ ਜਾਵਾਂ ਵਾਂਗ ਦਰਿਆ, ਮੌਜ ਆਪਣੀ ਚ ਵਹਿੰਦਾ ਜਾਵਾਂ ਵਾਂਗ ਦਰਿਆ, ਮੇਰੇ ਰਾਵਾਂ ਚ ਪਿਆਰ ਦੀਆਂ ਕੰਧਾਂ ਨਾ ਬਣਾ, ਮੌਜ ਆਪਣੀ ਚ ਵਹਿੰਦਾ ਜਾਵਾਂ ਵਾਂਗ ਦਰਿਆ ਜੀ। ਮੇਰੇ ਲੇਖਾਂ 'ਚ ਟਿਕਾਣਾ ਇੱਕੋ ਰੱਬ ਲਿਖਿਆ, ਜਾਵਾਂ ਰੁਕ ਜਾਣਾ ਸੁੱਕ ਸੱਚੇ ਰੱਬ ਲਿਖਿਆ, ਨਹੀਂ ਉਹ ਸਾਡਿਆਂ ਲੇਖਾਂ 'ਚ ਲਿਖੇ ਹੁੰਦੇ ਠਹਿਰਾ, ਮੌਜ ਆਪਣੀ 'ਚ ਵਹਿੰਦਾ ਜਾਵਾਂ ਵਾਂਗ ਦਰਿਆ, ਮੇਰੇ ਰਾਵਾਂ 'ਚ ਪਿਆਰ ਦੀਆਂ ਕੰਧਾਂ ਨਾ ਬਣਾ।
ਬਹੁਤ ਅੱਛੇ, ਕੀ ਬਾਤ ਹੈ ਜੀ। ਜਾਪੇ ਗਰਜ਼ਾਂ ਦੀ ਮਾਰੀ ਕੁੱਲ ਬਸਦੀ ਲੋਕਾਈ, ਖੇਡ ਦੁਨੀਆਦਾਰੀ ਦੀ ਇਸੇ ਗੱਲ ਨੇ ਮੁਕਾਈ ਜੀ। ਖੇਡ ਦੁਨੀਆਦਾਰੀ ਦੀ ਇੰਨੀ ਗੱਲ ਨੇ ਮੁਕਾਈ। ਹੋਵੇ ਵਫਾ ਦਾ ਪੁਜਾਰੀ ਤਾਂ ਕੋਈ ਬਣਦਾ ਖੁਦਾ, ਮੌਜ ਆਪਣੀ ਚ ਵਹਿੰਦਾ ਜਾਵਾਂ ਵਾਂਗ ਦਰਿਆ। ਬਹੁਤ ਵਧੀਆ। ਮੇਰੇ ਰਾਵਾਂ ਚ ਪਿਆਰ ਦੀਆਂ ਕੰਧਾਂ ਨਾ ਬਣਾ, ਮੌਜ ਆਪਣੀ ਚ ਵਹਿੰਦਾ ਜਾਵਾਂ ਵਾਂਗ ਦਰਿਆ। ਬਹੁਤ ਵਧੀਆ ਜੀ। ਭਾਗਾਂ ਵਾਲਿਆਂ ਨੂੰ ਮਿਲੇ ਨਗ ਮੁੰਦਰੀ ਚ ਜੜੇ, ਇੱਥੇ ਮੁੰਦਰੀ ਵਿਹੂਣੇ ਹੱਥ ਕਈਆਂ ਦੇ ਸੜੇ। ਤਾਈਓ ਮੁੰਦੀਆਂ ਵਟਾਉਣ ਵਾਲੇ ਪਾਲਦਾ ਨਾ ਚਾ, ਮੌਜ ਆਪਣੀ ਚ ਵਹਿੰਦਾ ਜਾਵਾਂ ਵਾਂਗ ਦਰਿਆ। ਬਹੁਤ ਵਧੀਆ, ਬਹੁਤ ਅੱਛੇ। ਜੰਡੂ ਸਿੰਘਿਆ ਪਵਨ ਪੈਂਡਾ ਤੁਰੀ ਜਾਵੇ ਕੱਲਾ, ਸਾਡਾ ਕੱਲਿਆਂ ਨਿਮਾਣਿਆਂ ਦਾ ਹਾਫਿਜ਼ ਅੱਲਾ, ਸਾਡਾ ਕੱਲਿਆਂ ਨਿਮਾਣਿਆਂ ਦਾ ਹਾਫਿਜ਼ ਅੱਲਾ। ਭਲਾ ਰੰਗਲੇ ਮਹਿਲਾਂ ਦਾ ਹੁੰਦਾ ਪੰਛੀ ਨੂੰ ਕੀ ਪਾ, ਮੌਜ ਆਪਣੀ ਚ ਵਹਿੰਦਾ ਜਾਵਾਂ ਵਾਂਗ ਦਰਿਆ, ਮੌਜ ਆਪਣੀ ਚ ਵਹਿੰਦਾ ਜਾਵਾਂ ਵਾਂਗ ਦਰਿਆ। ਜਿਹੜਾ ਤੁਸੀਂ ਦ੍ਰਿਸ਼ ਖਿੱਚਿਆ ਉਹ ਦਰਿਆ ਦਾ ਇੱਕ ਸਮਝ ਲਓ ਇਨਸਾਨੀ ਬੰਦਾ, ਇਨਸਾਨ ਦੀ ਪ੍ਰੇਰਨਾ ਸਰੋਤ ਹੈ ਕਿ ਜਿਹੜਾ ਜਿਹਨੇ ਤੁਰਨਾ ਉਹਨੂੰ ਕੋਈ ਰੋਕਾ ਟੋਕਾ ਨਹੀਂ ਗਿਆ, ਉਹਨੇ ਆਪਣੇ ਵੈਨ ਦੇ ਵਿੱਚ ਬਹਿ ਜਾਣਾ, ਚਾਹੇ ਜੋ ਮਰਜ਼ੀ ਆ, ਚਾਹੇ ਕੱਲਾ ਆ ਤੇ ਚਾਹੇ ਉਹਦਾ ਮਾਲ ਕੱਲਾ ਆ। ਬਿਲਕੁਲ ਬਿਲਕੁਲ। ਤੇ ਮੈਨੂੰ ਲੱਗਦਾ ਕਿ ਗੀਤ ਜਿਹੜਾ ਹੈ ਜਿਹੜਾ ਪਵਨ ਕੁਮਾਰ ਦਾ ਹੀ ਆ ਕਿ ਉਹ ਤੁਰਿਆ ਸੀਗਾ, ਤੁਰਿਆ ਹੀ ਰਹਿਣਾ, ਉਹਨੂੰ ਚਾਹੇ ਕੋਈ ਰੋਕਾ ਜਿੱਦਾਂ ਮਰਜ਼ੀ ਆ, ਹਾਂਜੀ ਰੋਕ ਨਹੀਂ ਸਕਿਆ ਤਾਂ ਆਪਣੇ ਮੁਕਾਮ ਤੇ ਉਹ ਹਾਸਲ ਜਿਹੜਾ ਕਰਕੇ ਜਾਊਗਾ, ਹੋਰ ਤਰੱਕੀ ਜਿਹੜੀ ਆ ਕਰਨਗੇ ਜਿਹੜੇ। ਤੇ ਇਸ ਤਰ੍ਹਾਂ ਆਪਾਂ ਗੱਲਬਾਤ ਜਿਹੜਾ ਤੁਹਾਡਾ ਜਿਹੜਾ ਕਿੱਤਾ ਆ ਪ੍ਰੋਫੈਸ਼ਨਲ ਆ ਤੁਹਾਡਾ ਹੈਗਾ ਵਕੀਲ ਦਾ ਜੀ। ਵਕੀਲ ਤੇ ਕਵੀ ਮਨ ਜੀ ਕਦੀ ਲੜਦੇ ਵੀ ਹੋਣਗੇ ਮੈਨੂੰ ਲੱਗਦਾ ਕਚਹਿਰੀਆਂ ਦੇ ਵਿੱਚ। ਜਿੱਦਾਂ ਮੰਨ ਲਓ ਕੋਈ ਘਟਨਾ ਇਸ ਤਰ੍ਹਾਂ ਦਾ ਤੁਹਾਡੇ ਕੋਲ ਕਲਾਇੰਟ ਆ ਜਾਂਦਾ ਕਿ ਜਿਹੜਾ ਕਵੀ ਮਨ ਕਹਿੰਦਾ ਇਹਦੀ ਮਦਦ ਕਰਨੀ ਆ, ਪਰ ਜਿਹਦਾ ਪ੍ਰੋਫੈਸ਼ਨਲ ਆ ਉਹ ਫੀਸ ਵੀ ਲੈਣੀ ਹੁੰਦੀ ਆ ਉਹਦੇ ਕੋਲੋਂ, ਤੇ ਉਹਦੀ ਹਾਲਤ ਦੇਖ ਕੇ ਜਦੋਂ ਦੋਨਾਂ 'ਚ ਟਕਰਾਅ ਹੁੰਦਾ ਫਿਰ ਕਿਸ ਦੀ ਜਿੱਤ ਹੁੰਦੀ ਆ ਤੇ ਕਿਸ ਤਰ੍ਹਾਂ ਸੋਚਦੇ ਹੋ ਉਸ ਮਾਹੌਲ ਨੂੰ ਕਿੱਦਾਂ ਬੈਲੈਂਸ ਬਣਾਉਂਦੇ ਹੋਵੇ ਜੀ? ਦੇਖੋ ਜੀ ਦੂੜਾ ਸਾਹਿਬ, ਕਚਹਿਰੀ ਦੇ ਵਿੱਚ ਕੋਈ ਵੀ ਇਨਸਾਨ ਹੈ ਜਿਹੜਾ ਸੁੱਖ ਲਈ ਤਾਂ ਆਉਂਦਾ ਨਹੀਂ। ਬਹੁਤ ਘੱਟ ਲੋਕ ਆ ਜਿਹੜੇ ਕੋਈ ਆਪਣੇ ਸੁੱਖ ਲਈ ਆਉਂਦੇ ਆ। ਤਕਰੀਬਨ ਦੁਖੀ ਮਨ ਵਾਲੇ ਜ਼ਿਆਦਾ ਹੁੰਦੇ ਆ। ਬਿਲਕੁਲ ਜੀ। ਕਹਿੰਦੇ ਹੁੰਦੇ ਆ ਕੋਰਟ ਕਚਹਿਰੀ ਦੇ ਚੱਕਰਾਂ ਤੋਂ ਰੱਬ ਬਚਾਵੇ, ਲੋਕ ਆਮ ਇਹ ਗੱਲ ਕਹਿ ਦਿੰਦੇ ਆ ਸਾਨੂੰ। ਤੇ ਪਰ ਉਹ ਬੰਦੇ ਦੀਆਂ ਨਾ ਕਿਸੇ ਵੀ ਆਏ ਹੋਏ ਇਨਸਾਨ ਦੀਆਂ ਭਾਵਨਾਵਾਂ ਨੂੰ ਸਮਝਣਾ ਪੈਂਦਾ। ਉਹ ਹੁਣ ਆਪਾਂ ਨੂੰ ਵੀ ਰੋਜੀ ਰੋਟੀ ਦੀ ਜ਼ਰੂਰਤ ਹੈ। ਬਿਲਕੁਲ ਜੀ, ਬਿਲਕੁਲ ਜੀ। ਪੇਟ ਸਾਰਿਆਂ ਨੂੰ ਲੱਗਿਆ ਹੋਇਆ ਤੇ ਕਹਿੰਦੇ ਹੁੰਦੇ ਆ ਢਿੱਡ ਦੀ ਅੱਗ ਜਿਹੜੀ ਆ ਉਹ ਸਭ ਤੋਂ ਮਤਲਬ ਕਿ ਬੰਦੇ ਖਤਰਨਾਕ ਹੈ। ਹਾਂਜੀ। ਤੇ ਪਰ ਫਿਰ ਵੀ ਇੱਕ ਬੈਲੈਂਸ ਰੱਖਣਾ ਪੈਂਦਾ ਕਿ ਕਿਸੇ ਦਾ ਮਨ ਨਾ ਦੁਖੇ। ਮੈਂ ਕੋਸ਼ਿਸ਼ ਕਰਦਾ ਕਿ ਜੇਕਰ ਕਵੀ ਮਨ ਵੀ ਆ ਮੇਰਾ, ਮੇਰੀਆਂ ਮਤਲਬ ਭਾਵੁਕ ਵੀ ਮੈਂ ਹੁੰਦਾ ਆ, ਤਾਂ ਮੈਂ ਥੋੜਾ ਜਿਹਾ ਆਪਣਾ ਉਹਦੇ ਵਿੱਚ ਬੈਲੈਂਸ ਜ਼ਰੂਰ ਬਣਾ ਕੇ ਰੱਖਦਾ ਕਿ ਕਿਸੇ ਦਾ ਮਨ ਵੀ ਨਾ ਦੁਖੇ ਔਰ ਮੇਰਾ ਢਿੱਡ ਵੀ ਜਿਹੜਾ ਆ ਉਹ ਭੁੱਖਾ ਨਾ ਰਹੇ ਜੀ। ਯਾਨੀ ਕਿ ਕਹਿਣ ਦਾ ਭਾਵ ਹੈ ਕਿ ਕਵੀ ਨੂੰ ਉੱਥੇ ਵੀ ਖਤਮ ਨਹੀਂ ਹੋਣ ਦਿੰਦੇ, ਜਿਹੜਾ ਕਵੀ ਦੀਆਂ ਭਾਵਨਾਵਾਂ ਆ ਜਿਹੜੀਆਂ ਮੇਰੀਆਂ ਭਾਵਨਾਵਾਂ ਜੀ, ਬਿਲਕੁਲ ਮੈਂ ਉਹਨਾਂ ਦਾ ਬੈਲੈਂਸ ਬਣਾ ਕੇ ਰੱਖਦਾ, ਖਤਮ ਨਹੀਂ ਕਰਦੇ। ਉਹ ਵਧੀਆ ਗੱਲ ਆ ਜੀ। ਕਿਤੇ ਨਾ ਕਿਤੇ ਜਿਹੜਾ ਸਾਹਿਤਕਾਰ ਆ ਉਹ ਆਪਣੀਆਂ ਜਿਹੜੀਆਂ ਦੁਨੀਆ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਆਪਣੀ ਜਿਹੜੀਆਂ ਚੰਗਿਆਈਆਂ ਨੂੰ ਭਾਵਨਾਵਾਂ ਨੂੰ ਫੈਲਦੀਆਂ ਜਦੋਂ ਉਹ ਤਾਂ ਕਿਤੇ ਨਾ ਕਿਤੇ ਚੰਗਿਆਈ ਦਾ ਕੰਮ ਕਰਦੇ ਆ, ਕਿਸੇ ਦਾ ਭਲਾ ਜ਼ਰੂਰ ਹੁੰਦਾ। ਤੇ ਤੁਹਾਡਾ ਆਪਾਂ ਗੱਲ ਕੀਤੀ ਸੀ ਤੁਹਾਡੇ ਵਿਦੇਸ਼ ਯਾਤਰਾ ਦਾ, ਜਿਹੜੀ ਤੁਸੀਂ 5ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਹਿੱਸਾ ਲਿਆ, ਉਹ ਸਬੱਬ ਕਿਵੇਂ ਬਣਿਆ ਸੀਗਾ ਜੀ? ਉਹ ਇੱਕ ਉਸ ਤੋਂ ਪਹਿਲਾਂ ਆਪਾਂ ਇੱਕ ਰਚਨਾਵਾਂ ਸਾਂਝੀ ਕਰਦੇ ਆ ਦਰਸ਼ਕਾਂ ਦੇ ਨਾਲ, ਕਿਉਂਕਿ ਰਚਨਾਵਾਂ ਥੋੜੀਆਂ ਰਹਿ ਜਿਹੜੀਆਂ ਗੱਲਾਂ ਆਪਣੀਆਂ ਜ਼ਿਆਦੀਆਂ ਹੋ ਜਿਹੜੀਆਂ ਉਹ ਵੀ ਬੈਲੈਂਸ ਬਣਾ ਕੇ ਰੱਖਣਾ ਪੈਣਾ ਆਪਾਂ ਨੂੰ ਜੀ। ਇੱਕ ਰਚਨਾ ਵੇਲਾ ਸਾਂਝੀ ਕਰਦੇ ਆ ਸਵਾਲ ਤੋਂ ਪਹਿਲਾਂ ਜੀ। ਬਿਲਕੁਲ ਜੀ, ਬਿਲਕੁਲ। ਮੈਂ ਦਰਸ਼ਕਾਂ ਦੇ ਸਾਹਮਣੇ ਜੀ ਆਪਣੀ ਇੱਕ ਰਚਨਾ ਜ਼ਰੂਰ ਸਾਂਝੀ ਕਰਾਂਗਾ ਜੀ ਦੂੜਾ ਸਾਹਿਬ। ਬਿਲਕੁਲ ਜੀ। ਕਹਿੰਦੇ ਹੁੰਦੇ ਆ ਕਿ ਤਰੰਨਮ ਚ ਗਾ ਰਹੇ ਹੋ, ਸਾਨੂੰ ਮਜ਼ਾ ਆ ਰਿਹਾ, ਮੈਨੂੰ ਉਮੀਦ ਹੈ ਕਿ ਦਰਸ਼ਕ ਵੀ ਆਪਣਾ ਇੰਜੋਏ ਉਹਨਾਂ ਹੀ ਕਰ ਰਹੇ ਹੋਣਗੇ ਜੀ। ਜੀ ਬੜੀ ਮਿਹਰਬਾਨੀ ਜੀ। ਜੀ ਕਹਿੰਦੇ ਹੁੰਦੇ ਆ, ਤੁਹਾਡੇ ਪਹਿਲੇ ਸਵਾਲ ਦੇ ਜਵਾਬ ਨਾਲ ਹੀ ਮੈਂ ਮੁਖਾਤਬ ਹੋ ਕੇ ਕੁਝ ਕਹਿਣਾ ਚਾਹੂੰਗਾ ਵੀ ਕਿਸੇ ਦੇ ਦਿਲ 'ਚ ਲੱਗਣ ਲਈ ਇਨਸਾਨ ਨੂੰ ਕੋਈ ਇਦਾਂ ਦੀ ਤਸਵੀਰ ਬਣਨਾ ਚਾਹੀਦਾ ਆ ਕਿ ਉਹ
ਯਾਦ ਰੱਖੇ, ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਕੋਈ ਕੰਮ ਕਰਨਾ ਚਾਹੀਦਾ ਜੀ। ਬਿਲਕੁਲ ਜੀ। ਉਹ ਸ਼ਾਇਦ ਮੇਰੇ ਵਰਗੇ ਨਾਚੀਜ਼ ਦੇ ਉਹ ਹਿੱਸੇ ਨਹੀਂ ਆ ਸਕੀ ਇਹ ਗੱਲ, ਤੇ ਕਿਸੇ ਦਿਲ ਦੇ ਵਿੱਚ ਬਸਣ ਦੀ ਗੱਲ ਹੈ, ਪਿਆਰ ਮੁਹੱਬਤ ਦੀ ਗੱਲ ਹੈ, ਜਾਂ ਕਿਸੇ ਨਾ ਕਿਤੇ ਕਮੀ ਰਹਿ ਗਈ, ਰੋਸਾ ਗਿਲਾ ਕਰ ਉਹ ਵੀ ਆਪਣੇ ਮਤਲਬ ਕਿ ਜਿੱਦਾਂ ਕਹਿੰਦੇ ਹੁੰਦੇ ਆ ਕਿ ਅਵਸਥਾ ਜਿਹੜੀ ਆ ਉਹਨੂੰ ਮੈਂ ਸ਼ਬਦਾਂ ਰਾਹੀਂ ਕਿੱਦਾਂ ਬਿਆਨ ਕਰਦਾ ਜੀ। ਇਰਸ਼ਾਦ। ਤੇਰੇ ਦਿਲ 'ਚ ਲੱਗ ਸਕਾਂ ਮੈਂ, ਉਹ ਤਸਵੀਰ ਬਣ ਨਾ ਸਕਿਆ। ਤੇਰੇ ਦਿਲ 'ਚ ਲੱਗ ਸਕਾਂ ਮੈਂ, ਉਹ ਤਸਵੀਰ ਬਣ ਨਾ ਸਕਿਆ। ਜਿਹਨੂੰ ਤੂੰ ਸੰਧੂਰ ਲਾਵੇਂ, ਮੈਂ ਉਹ ਚੀਰ ਬਣ ਨਾ ਸਕਿਆ। ਬਹੁਤ ਅੱਛੇ, ਕੀ ਬਾਤ ਹੈ। ਤੇਰੇ ਦਿਲ 'ਚ ਲੱਗ ਸਕਾਂ ਮੈਂ, ਉਹ ਤਸਵੀਰ ਬਣ ਨਾ ਸਕਿਆ। ਜਿਹਦੇ ਨਾਲ ਭਾਗਸ਼ਾਲੀ ਹੋ ਜਾਂਦਾ ਭਾਗ ਮੇਰਾ, ਜਿਹਦੇ ਨਾਲ ਭਾਗਸ਼ਾਲੀ ਹੋ ਜਾਂਦਾ ਭਾਗ ਮੇਰਾ। ਲੇਖਾਂ 'ਚ ਭਾਗਾਂ ਵਾਲੀ ਉਹ ਲਕੀਰ ਬਣ ਨਾ ਸਕਿਆ। ਬਹੁਤ ਅੱਛੇ। ਤੇਰੇ ਦਿਲ 'ਚ ਲੱਗ ਸਕਾਂ ਮੈਂ, ਉਹ ਤਸਵੀਰ ਬਣ ਨਾ ਸਕਿਆ। ਬਹੁਤ ਵਧੀਆ। ਮੈਂ ਖਾਕ ਤੇਰੇ ਦਰ ਦੀ ਹਾਂ ਮਹੀਨ ਕਿਣਕਿਆਂ ਤੋਂ, ਮੈਂ ਖਾਕ ਤੇਰੇ ਦਰ ਦੀ ਹਾਂ ਮਹੀਨ ਕਿਣਕਿਆਂ ਤੋਂ। ਚੰਨ ਤਾਰਿਆਂ ਦਾ ਆਸ਼ਿਕ ਫਕੀਰ ਬਣ ਨਾ ਸਕਿਆ। ਬਹੁਤ ਅੱਛੇ। ਤੇਰੇ ਦਿਲ 'ਚ ਲੱਗ ਸਕਾਂ ਮੈਂ, ਉਹ ਤਸਵੀਰ ਬਣ ਨਾ ਸਕਿਆ। ਲੱਖ ਕਾਨੀਆਂ ਕਮਾਨਾਂ ਵਿੱਚ ਮੈਂ ਵੀ ਤਾਂ ਸੀ ਸ਼ਾਮਿਲ। ਲੱਖ ਕਾਨੀਆਂ ਕਮਾਨਾਂ ਵਿੱਚ ਮੈਂ ਵੀ ਤਾਂ ਸੀ ਸ਼ਾਮਿਲ। ਦਸਮੇਸ਼ ਨੂੰ ਜੋ ਜੱਚਦਾ, ਦਸਮੇਸ਼ ਨੂੰ ਜੋ ਜੱਚਦਾ, ਮੈਂ ਉਹ ਤੀਰ ਬਣ ਨਾ ਸਕਿਆ। ਦਸਮੇਸ਼ ਨੂੰ ਜੋ ਜੱਚਦਾ, ਮੈਂ ਉਹ ਤੀਰ ਬਣ ਨਾ ਸਕਿਆ। ਤੇਰੇ ਦਿਲ 'ਚ ਲੱਗ ਸਕਾਂ ਮੈਂ, ਉਹ ਤਸਵੀਰ ਬਣ ਨਾ ਸਕਿਆ। ਲੱਖ ਕਾਨੀਆਂ ਕਮਾਨਾਂ ਵਿੱਚ ਮੈਂ ਵੀ ਤਾਂ ਸੀ ਸ਼ਾਮਿਲ। ਲੱਖ ਕਾਨੀਆਂ ਕਮਾਨਾਂ ਵਿੱਚ ਮੈਂ ਵੀ ਤਾਂ ਸੀ ਸ਼ਾਮਿਲ। ਦਸਮੇਸ਼ ਨੂੰ ਜੋ ਜੱਚਦਾ, ਮੈਂ ਉਹ ਤੀਰ ਬਣ ਨਾ ਸਕਿਆ। ਦਸਮੇਸ਼ ਨੂੰ ਜੋ ਜੱਚਦਾ, ਮੈਂ ਉਹ ਤੀਰ ਬਣ ਨਾ ਸਕਿਆ। ਤੇਰੇ ਦਿਲ 'ਚ ਲੱਗ ਸਕਾਂ ਮੈਂ, ਉਹ ਤਸਵੀਰ ਬਣ ਨਾ ਸਕਿਆ। ਤੂੰ ਬਣਾ ਕੇ ਢਾਵੀ ਦੇਵੇਂ, ਤੈਨੂੰ ਹਕੂਕ ਸਾਰੇ। ਤੂੰ ਬਣਾ ਕੇ ਢਾਵੀ ਦੇਵੇਂ, ਤੈਨੂੰ ਹਕੂਕ ਸਾਰੇ। ਖੁਦ ਲਾ ਕੇ ਬੂਟੇ ਪੁੱਟਦਾ, ਮੈਂ ਉਹ ਤੀਰ ਬਣ ਨਾ ਸਕਿਆ। ਤੇਰੇ ਦਿਲ 'ਚ ਲੱਗ ਸਕਾਂ ਮੈਂ, ਉਹ ਤਸਵੀਰ ਬਣ ਨਾ ਸਕਿਆ। ਬਹੁਤ ਵਧੀਆ। ਨਾ ਮਾਫੀਆਂ ਦੇ ਕਾਬਿਲ ਮੈਂ ਗੁਨਹਗਾਰ ਐਸਾ, ਨਾ ਮਾਫੀਆਂ ਦੇ ਕਾਬਿਲ ਮੈਂ ਗੁਨਹਗਾਰ ਐਸਾ। ਤੇਰੀ ਰਹਿਮਤਾਂ ਦੇ ਸਰ ਦੀ ਸਿਪ ਨੀਰ ਬਣ ਨਾ ਸਕਿਆ। ਤੇਰੀ ਰਹਿਮਤਾਂ ਦੇ ਸਰ ਦੀ
ਸਿਪ ਨੀਰ ਬਣ ਨਾ ਸਕਿਆ ਤੇਰੇ ਦਿਲ 'ਚ ਲੱਗ ਸਕਾਂ ਮੈਂ ਉਹ ਤਸਵੀਰ ਬਣ ਨਾ ਸਕਿਆ। ਬਹੁਤ ਵਧੀਆ। ਛੱਡ ਗੁਜ਼ਰਿਆਂ ਪਲਾਂ ਦੇ ਅਫਸੋਸ ਵਿੱਚ ਜਿਉਣਾ, ਛੱਡ ਗੁਜ਼ਰਿਆਂ ਪਲਾਂ ਦੇ ਅਫਸੋਸ ਵਿੱਚ ਜਿਉਣਾ, ਕਿਉਂ ਪਵਨ ਜੰਡੂ ਸਿੰਘਿਆ ਤੂੰ ਮੀਰ ਬਣ ਨਾ ਸਕਿਆ, ਕਿਉਂ ਪਵਨ ਜੰਡੂ ਸਿੰਘਿਆ ਤੂੰ ਮੀਰ ਬਣ ਨਾ ਸਕਿਆ ਤੇਰੇ ਦਿਲ 'ਚ ਲੱਗ ਸਕਾਂ ਮੈਂ ਉਹ ਤਸਵੀਰ ਬਣ ਨਾ ਸਕਿਆ। ਕੀ ਬਾਤ ਹੈ ਜੀ। ਇੰਨੀ ਖੂਬਸੂਰਤ ਤੁਸੀਂ ਜਿਹੜੀ ਗਜ਼ਲ ਸਾਂਝੀ ਕੀਤੀ ਹੈ, ਹਰੇਕ ਸ਼ੇਰ ਜਿਹੜਾ ਕਾਬਲੇ ਦਾਤ ਸੀ ਤੇ ਜੀ ਇਸ ਦੇ ਨਾਲ ਹੀ ਆਪਾਂ ਗੱਲਾਂ ਬਾਤਾਂ ਇਸ ਤਰ੍ਹਾਂ ਜਾਰੀ ਰੱਖਾਂਗੇ। ਇੱਕ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਦਰਸ਼ਕੋ ਤੁਸੀਂ ਇਸ ਤਰ੍ਹਾਂ ਹੀ ਬਣੇ ਰਹੋ, ਆਪਾਂ ਗੱਲਾਂ ਬਾਤਾਂ ਕਰਦੇ ਪਵਨ ਕੁਮਾਰ ਬੈਂਸ ਜੀ ਉਹਨਾਂ ਨਾਲ ਤੇ ਇਸ 2 ਮਿੰਟਾਂ ਦਾ ਆਪਾਂ ਬ੍ਰੇਕ ਲੈਂਦੇ ਹਾਂ। ਇੱਥੇ ਕਿਤੇ ਨਹੀਂ ਜਾਣਾ, ਅਸੀਂ ਗਏ ਤੇ ਆਏ। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਈਸਟ ਕੋਸਟ ਦੀ ਸ਼ਾਨਦਾਰ ਟਰੱਕਿੰਗ ਕੰਪਨੀ ਟਿੱਬੀ ਐਕਸਪ੍ਰੈਸ ਇੰਕ ਨਿਊ ਜਰਸੀ, ਪੈਨਸਿਲਵੇਨੀਆ, ਓਹਾਈਓ, ਇੰਡੀਆਨਾ, ਕੰਟਕੀ ਵਾਸਤੇ ਪੱਕੇ ਅਤੇ ਬੈਂਕ ਐਂਡ ਫੋਰਥ ਲੋਡ ਡੈਡੀਕੇਟਡ ਰਨ ਐਂਡ ਹੁਕਅਪ ਡ੍ਰੌਪ ਦੀ ਸੁਵਿਧਾ। ਨਵੇਂ ਟਰੱਕ ਅਤੇ ਡਰਾਈਵਰਾਂ ਨੂੰ ਵਧੀਆ ਰੇਟ। 6 ਮਹੀਨੇ ਬਾਅਦ ਡਰਾਈਵਰ ਭਰਾਵਾਂ ਨੂੰ ਬੋਨਸ। ਸਵੇਰ ਤੋਂ ਸ਼ਾਮ ਤੱਕ ਲੋਕਲ ਕੰਮ ਕਰਨ ਵਾਲੇ ਡਰਾਈਵਰਾਂ ਵੀਰਾਂ ਨੂੰ $25 ਪ੍ਰਤੀ ਘੰਟਾ। ਨਿਊ ਜਰਸੀ, ਪੈਨਸਿਲਵੇਨੀਆ, ਓਹਾਈਓ, ਇੰਡੀਆਨਾ, ਕੰਟਕੀ ਵਾਸਤੇ ਲੋਕਲ ਕੰਮ ਲਈ ਡਰਾਈਵਰ ਵੀਰ ਸੰਪਰਕ ਕਰੋ। ਕਾਲ ਹੈਪੀ ਟਿੱਬੀ 6099474777। ਮੈਟਾਵਨ ਡੇ ਕੇਅਰ ਸੈਂਟਰ ਇੱਕ ਮੈਡੀਕਲ ਡੇ ਕੇਅਰ ਪ੍ਰੋਗਰਾਮ ਹੈ ਜੋ ਮੈਟਾਵਨ ਅਤੇ ਆਸ-ਪਾਸ ਦੇ ਖੇਤਰਾਂ ਦੀ ਸੇਵਾ ਕਰਦਾ ਹੈ। ਇੱਥੇ ਲਾਇਸੈਂਸਸ਼ੁਦਾ ਨਰਸਿੰਗ ਕਰਮਚਾਰੀ, ਲਾਇਸੈਂਸਸ਼ੁਦਾ ਸੋਸ਼ਲ ਵਰਕਰ, ਪ੍ਰਮਾਣਿਤ ਡਾਈਟੀਸ਼ੀਅਨ, ਗਤੀਵਿਧੀਆਂ ਦੇ ਨਿਰਦੇਸ਼ਕ ਤੁਹਾਡੀ ਸਿਹਤ ਸਥਿਤੀਆਂ ਦੀ ਨਿਗਰਾਨੀ, ਸਰੀਰਕ ਅਤੇ ਕਿੱਤਾਮੁਖੀ ਥੈਰੇਪੀ ਦਾ ਤਾਲਮੇਲ, ਗਰੁੱਪ ਐਕਟੀਵਿਟੀ, ਐਕਸਰਸਾਈਜ਼, ਆਰਟ ਅਤੇ ਹੋਰ ਵੀ ਬਹੁਤ ਕੁਝ। ਤੁਹਾਡੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀ ਮੋਨੀਟਰਿੰਗ, ਡੋਰ ਟੂ ਡੋਰ ਟਰਾਂਸਪੋਰਟੇਸ਼ਨ ਦੀ ਸੁਵਿਧਾ ਦੇ ਨਾਲ ਗਰਮ ਤੇ ਪੌਸ਼ਟਿਕ ਨਾਸ਼ਤਾ ਤੇ ਲੰਚ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਸਾਡਾ ਸਟਾਫ ਖਰੀਦਦਾਰੀ ਵਿੱਚ ਤੁਹਾਡੀ ਮਦਦ ਵੀ ਕਰ ਸਕਦਾ ਹੈ। ਸਾਡੇ ਨਾਲ ਹੇਠ ਲਿਖੇ ਪਤੇ ਤੇ ਸੰਪਰਕ ਕਰੋ। ਸੁਹਾਗ ਜੁਐਲਰਸ, ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ, ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ट्री रोड, इस्लिन, न्यू जर्सी। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 Oak Tree Road, Islin, New Jersey। ਦਰਸ਼ਕੋ ਸਾਡੇ ਨਾਲ ਜੁੜੇ ਰਹਿਣ ਲਈ ਤਹਿ ਦਿਲੋਂ ਧੰਨਵਾਦ। ਪ੍ਰੋਗਰਾਮ ਚੱਲ ਰਿਹਾ ਹੈ ਖਾਸ ਮੁਲਾਕਾਤ ਤੇ ਅੱਜ ਦੇ ਸਾਡੇ ਜਿਹੜੇ ਮਹਿਮਾਨ ਨੇ ਪਵਨ ਕੁਮਾਰ ਬੈਂਸ ਜੀ। ਸਾਹਿਤਕ ਨਾਂ ਇਹਨਾਂ ਦਾ ਪਵਨ ਜੰਡੂ ਸਿੰਘੀਆ ਦੇ ਨਾਲ ਸਾਹਿਤ ਦੇ ਖੇਤਰ ਵਿੱਚ ਜਾਣੇ ਜਾਂਦੇ ਨੇ
ਤੇ ਪਵਨ ਜੀ ਗੱਲਬਾਤਾਂ ਆਪਾਂ ਚੱਲ ਰਹੀਆਂ, ਤੁਹਾਡੇ ਬਾਰੇ ਵੀ ਗੱਲ ਹੋ ਗਈ, ਸਾਹਿਤ ਰਚਨਾ ਬਾਰੇ ਵੀ ਹੋ ਗਈ, ਪਰ ਇੱਕ ਜਿਹੜਾ ਅੱਜ ਹੁਣ ਮੌਜੂਦ ਜਿਹੜਾ ਤੁਹਾਡਾ ਪਰਿਵਾਰ ਆ ਇਸ ਵੇਲੇ ਜੀ, ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੇ ਕਿੱਥੇ ਰਹਿ ਰਹੇ ਹੋ? ਜੰਡੂ ਸਿੰਘ ਹੀ ਰਹਿ ਰਹੇ ਹੋ ਜਾਂ ਜਲੰਧਰ ਰਹਿ ਰਹੇ ਹੋ? ਕਿੱਥੇ ਇਸ ਵੇਲੇ ਬਸੇਰਾ ਤੇ ਪਰਿਵਾਰ ਦੇ ਵਿੱਚ ਕਿੰਨੇ ਜੀ ਤੇ ਕੌਣ ਕੌਣ ਨੇ? ਜੀ ਜੀ ਬਿਲਕੁਲ ਜੀ, ਮੇਰਾ ਛੋਟਾ ਜਿਹਾ ਪਰਿਵਾਰ ਹੈ ਜੀ, ਪਿੰਡ ਜੰਡੂ ਸਿੰਘਾਂ ਦੇ ਵਿੱਚ ਹੀ ਰਹਿੰਦੇ ਜ਼ਿਲ੍ਹਾ ਜਲੰਧਰ ਦਾ? ਹਾਂਜੀ, ਜ਼ਿਲ੍ਹਾ ਜਲੰਧਰ ਦਾ ਪਿੰਡ ਆ, ਕਸਬਾ ਟਾਈਪ ਪਿੰਡ ਆ, ਇਦਾਂ ਦੀ ਗੱਲ ਨਹੀਂ ਜੀ। ਤੇ ਘਰ ਦੇ ਵਿੱਚ ਮੇਰੀ ਮਾਤਾ ਜੀ ਹੈ ਮੇਰੇ ਨਾਲ, ਮੇਰੀ ਵਾਈਫ, ਮੇਰੇ 2 ਬੱਚੇ ਨੇ ਜੀ ਜੋ ਆਪਣੀ ਪੜ੍ਹਾਈ ਕਰਦੇ ਨੇ ਔਰ ਚੰਗੇ ਆ ਆਪਣੀ ਜਗ੍ਹਾ। ਠੀਕ ਹੈ ਜੀ, ਬਿਲਕੁਲ ਜਿਹੜੀ ਕਿ ਖੁਸ਼ਹਾਲ ਫੈਮਿਲੀ ਆ। ਜੀ ਬਿਲਕੁਲ, ਮਾਲਕ ਦਾ ਸ਼ੁਕਰ ਕਰਦੇ ਆ ਜੀ। ਜੀ ਤੇ ਪਿਛਲਾ ਜਿਹੜਾ ਸਮਾਂ ਰਿਹਾ ਆ ਕਿਸਾਨੀ ਸੰਘਰਸ਼ ਦਾ ਸਮਾਂ ਰਿਹਾ, ਬਹੁਤ ਸਾਰਾ ਸਾਹਿਤ ਰਚਿਆ ਗਿਆ, ਕਵਿਤਾਵਾਂ ਰਚੀਆਂ ਗਈਆਂ, ਕਹਾਣੀਆਂ ਰਚੀਆਂ ਗਈਆਂ, ਗੀਤ ਵੀ ਰਚੇ ਗਏ, ਤੇ ਤੁਹਾਡੇ ਉੱਤੇ ਵੀ ਹਰੇਕ ਕਵੀ ਮਨ ਤੇ ਉਹਦਾ ਪ੍ਰਭਾਵ ਪਿਆ ਕਿਤੇ ਨਾ ਕਿਤੇ। ਤੁਹਾਡੇ ਜ਼ਾਹਰ ਹੈ ਕਿ ਤੁਹਾਡੇ ਮਨ ਤੇ ਵੀ ਉਹਦਾ ਪ੍ਰਭਾਵ ਪਿਆ ਹੋਊਗਾ। ਤੁਸੀਂ ਵੀ ਉਹ ਕੋਈ ਰਚਨਾ ਉਸ ਸਮੇਂ ਦੇ ਵਿੱਚ ਲਿਖੀ ਜਿਹੜੀ ਆਪਾਂ ਦਰਸ਼ਕਾਂ ਨਾਲ ਇਸ ਵੇਲੇ ਸਾਂਝੀ ਕਰ ਸਕਦੇ ਜੀ? ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ ਜੀ, ਮੈਂ ਆਪ ਜੀ ਦੀ ਨਜ਼ਰ ਕਰਦਾ ਜੀ। ਆਜ਼ਾਦੀ ਦਾ ਜਸ਼ਨ ਮਨਾਉਂਦੇ ਲੋਕੋ ਵੇ, ਭਾਰਤ ਦੇਸ਼ ਦਾ ਕੈਸਾ ਅਕਸ਼ ਬਣਾ ਬੈਠੇ। ਆਜ਼ਾਦੀ ਦਾ ਜਸ਼ਨ ਮਨਾਉਂਦੇ ਲੋਕੋ ਵੇ, ਭਾਰਤ ਦੇਸ਼ ਦਾ ਕੈਸਾ ਅਕਸ਼ ਬਣਾ ਬੈਠੇ। ਹੁਣ ਹੱਕ ਮੰਗਦੇ ਲੋਕ ਕਹਾਉਂਦੇ ਨੇ ਬਾਗੀ, ਜ਼ੁਲਮ ਖਿਲਾਫ ਬੋਲਣ ਦੇ ਹੱਕ ਗਵਾ ਬੈਠੇ। ਆਜ਼ਾਦੀ ਦਾ ਜਸ਼ਨ ਮਨਾਉਂਦੇ ਲੋਕੋ ਵੇ, ਭਾਰਤ ਦੇਸ਼ ਦਾ ਕੈਸਾ ਅਕਸ਼ ਬਣਾ ਬੈਠੇ। ਜੋ ਆਜ਼ਾਦੀ ਖਾਤਰ ਜਾਨਾਂ ਵਾਰ ਗਏ, ਜੋ ਆਜ਼ਾਦੀ ਖਾਤਰ ਜਾਨਾਂ ਵਾਰ ਗਏ, ਤਾਬੀਰ ਉਹਨਾਂ ਦੇ ਖਾਬਾਂ ਦੀ ਨੂੰ ਢਾ ਬੈਠੇ। ਆਜ਼ਾਦੀ ਦਾ ਜਸ਼ਨ ਮਨਾਉਂਦੇ ਲੋਕੋ ਵੇ, ਭਾਰਤ ਦੇਸ਼ ਦਾ ਕੈਸਾ ਅਕਸ਼ ਬਣਾ ਬੈਠੇ। ਬਹੁਤ ਅੱਛੇ। ਵੋਟਾਂ ਪਾ ਕੇ ਚੁਣਿਆ ਜਿਨ੍ਹਾਂ ਨੇਤਾਵਾਂ ਨੂੰ, ਵੋਟਾਂ ਪਾ ਕੇ ਚੁਣਿਆ ਜਿਨ੍ਹਾਂ ਨੇਤਾਵਾਂ ਨੂੰ, ਉਹ ਸਰਕਾਰਾਂ ਵਿੱਚ ਬਹਿ ਕੇ ਹੋਸ਼ ਭੁਲਾ ਬੈਠੇ। ਉਹ ਸਰਕਾਰਾਂ ਵਿੱਚ ਬਹਿ ਕੇ ਹੋਸ਼ ਭੁਲਾ ਬੈਠੇ। ਅਜੇ ਮਿਹਨਤ ਕਸ਼ ਮਜ਼ਦੂਰ ਦੀ ਕੁੱਲੀ ਕੱਖਾਂ ਦੀ, ਅਜੇ ਮਿਹਨਤ ਕਸ਼ ਮਜ਼ਦੂਰ ਦੀ ਕੁੱਲੀ ਕੱਖਾਂ ਦੀ, ਸਭ ਪੂੰਜੀਪਤੀ ਸੁਹਾਣੇ ਮਹਿਲ ਬਣਾ ਬੈਠੇ। ਆਜ਼ਾਦੀ ਦਾ ਜਸ਼ਨ ਮਨਾਉਂਦੇ ਲੋਕੋ ਵੇ, ਭਾਰਤ ਦੇਸ਼ ਦਾ ਕੈਸਾ ਅਕਸ਼ ਬਣਾ ਬੈਠੇ। ਜੰਡੂ ਸਿੰਘਿਆ ਪਵਨ ਕਿਹੜੀ ਤਦਬੀਰ ਕਰੇ, ਹਾਏ ਜੰਡੂ ਸਿੰਘਿਆ ਪਵਨ ਕਿਹੜੀ ਤਦਬੀਰ ਕਰੇ। ਸੱਚ ਬੋਲ ਕੇ ਆਪਣਾ ਆਪ ਗਵਾ ਬੈਠੇ, ਕਿਉਂ ਸੱਚ ਬੋਲ ਕੇ ਆਪਣਾ ਆਪ ਗਵਾ ਬੈਠੇ। ਆਜ਼ਾਦੀ ਦਾ ਜਸ਼ਨ ਮਨਾਉਂਦੇ ਓ ਲੋਕੋ ਵੇ, ਭਾਰਤ ਦੇਸ਼ ਦਾ ਕੈਸਾ ਅਕਸ਼ ਬਣਾ ਬੈਠੇ। ਕੀ ਬਾਤ ਹੈ, ਬਹੁਤ ਅੱਛੇ। ਜਿਹੜਾ ਉਦੋਂ ਆਜ਼ਾਦੀ ਦੇ ਆਪਾਂ ਇੱਕ 26 ਜਨਵਰੀ ਮਨਾ ਰਹੇ ਸੀ ਤੇ ਕਿਸਾਨ ਉੱਥੇ ਜਿਹੜੇ ਸਿੱਗੂ ਬਾਰਡਰ ਤੇ ਬੈਠੇ ਸੀਗੇ, ਤੇ ਉਹ ਜਿਹੜਾ ਦ੍ਰਿਸ਼ ਸੀਗਾ ਉਹ ਤੁਸੀਂ ਆਪਣੀ ਕਵਿਤਾ ਦੇ ਵਿੱਚ ਉਹਨੂੰ ਮੈਂ ਕਿਹਾ ਜੀ ਆਪਣੇ ਦਿਲ ਬਲੁੰਦਰਿਆ ਜਾਂਦਾ ਸੀ ਜਦੋਂ ਦੇਖਦੇ ਪਾਣੀ ਦੀਆਂ ਬਛਾੜਾਂ ਪੈਂਦੀਆਂ, ਆਪਣੇ ਹੱਕਾਂ ਲਈ ਲੋਕ ਲੜਦੇ। ਬਿਲਕੁਲ ਜੀ, ਉਹ ਠੰਡ ਦੇ ਵਿੱਚ ਇੰਨੀ ਠੰਡ ਸੀ ਤਾਂ ਜਿਹੜਾ ਸੀਗਾ ਉਹ ਦਿਨ ਜਿਹੜੇ ਆ ਸਮਝ ਲਓ ਮੁਸੀਬਤ ਦੇ ਦਿਨ, ਸਾਡੀ ਜਿੱਤ ਹੋਈ ਉਦੋਂ। ਫਿਰ ਵੀ ਜਿਹੜੀ ਆ ਕਿਤੇ ਨਾ ਕਿਤੇ ਜਿਹੜਾ ਸੰਘਰਸ਼ ਸੀ ਉਹ ਕਾਮਯਾਬ। ਬਿਲਕੁਲ। ਤੇ ਪਵਨ ਜੀ ਕਵਿਤਾ ਵੀ ਲਿਖਦੇ, ਗੀਤ ਵੀ ਲਿਖਦੇ ਹੋ, ਤੇ ਇੱਕ ਜਿਹੜੀਆਂ ਗਜ਼ਲਾਂ ਵੀ ਲਿਖੀਆਂ, ਤੇ ਵਾਰਤਕ ਵੱਲ ਵੀ ਕਦੀ ਵਾਰਤਕ ਦੇ ਵਿੱਚ ਵੀ ਹੱਥ ਅਜਮਾਈ ਕੀਤੀ? ਨਹੀਂ ਜੀ, ਵਾਰਤਕ ਵੱਲ ਨਹੀਂ ਜੀ, ਮੇਰਾ ਕੋਈ ਉਧਰਲੇ ਪਾਸੇ ਨੂੰ ਨਹੀਂ ਹੱਥ ਅਜਮਾਇਆ। ਹਾਂਜੀ। ਤੇ ਵੈਸੇ ਤਾਂ ਕਹਿੰਦੇ ਆ ਨਾ ਜਿਹੜੇ ਆਪਣੇ ਰਚਨਾਵਾਂ ਹੁੰਦੀਆਂ, ਗੀਤ ਕਵਿਤਾ, ਉਹ ਸਾਰੇ ਆਪਣੇ ਬੱਚਿਆਂ ਵਰਗੇ ਹੁੰਦੇ, ਸਾਰੇ ਪਿਆਰੇ ਹੁੰਦੇ ਬਹੁਤ, ਪਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਗੀਤ ਜਾਂ ਕਵਿਤਾ ਜ਼ਰੂਰ ਹੁੰਦੀ ਹੈ ਕੋਈ ਮਨ ਦੇ ਨੇੜੇ, ਬਹੁਤ ਦਿਲ ਦੇ ਨੇੜੇ ਹੁੰਦੀ ਹੈ। ਲੱਗਦਾ ਹੁੰਦਾ ਇਹ ਘੁੰਮ ਫਿਰ ਕੇ ਜਿਹੜੀ ਆਪਾਂ ਨਾ ਇਹਨੂੰ ਮੈਂ ਸੁਣਾਇਆ ਜਾਵੇ ਕਿਤੇ ਨਾ ਕਿਤੇ। ਤੁਹਾਡੇ ਵੀ ਇਹੋ ਜਿਹੀ ਕੋਈ ਕਵਿਤਾ ਜਿਹੜੀ ਆ ਜਾਂ ਗੀਤ ਆ ਮਨ ਦੇ ਨੇੜੇ ਆ, ਆਪਾਂ ਦਰਸ਼ਕਾਂ ਨਾਲ ਸਾਂਝਾ ਕਰਦੇ ਆ, ਜਿਹੜਾ ਤੁਹਾਨੂੰ ਲੱਗਦਾ ਵੀ ਆਹ ਮੈਨੂੰ ਸੁਣ ਲਿਆ ਹੀ ਜਾਵੇ ਤਾਂ ਚੰਗੀ ਗੱਲ ਆ, ਜਾਂ ਸੋਹਣਾ ਆ, ਤੁਹਾਨੂੰ ਵਧੀਆ ਲੱਗਦਾ ਹਰ ਵੇਲੇ ਕਿਤੇ ਸੁਣਾ ਕੇ
ਜਿਹੜੀ ਆ ਫੀਲਿੰਗ ਜਿਹੜੀ ਆ ਅੱਛੀ ਆਉਂਦੀ ਆ ਜੀ। ਜੀ ਸਮੇਂ ਦੇ ਨਾਲ ਜਿੱਦਾਂ ਕਹਿੰਦੇ ਹੁੰਦੇ ਆ, ਉਹ ਗੀਤਾਂ ਦੇ ਜਿਹੜੇ ਬੋਲ ਆ ਉਹ ਵੀ ਨਵੇਂ ਹੋ ਜਾਂਦੇ ਆ। ਔਰ ਮੈਂ ਆਪਣੀ ਉਹ ਕਿਸਾਨੀ ਸੰਘਰਸ਼ ਵਾਲੀ ਕਵਿਤਾ ਦੇ ਨਾਲ ਸੰਬੰਧਿਤ ਹੀ ਹੋਰ ਮਿਲਦੀ ਜੁਲਦੀ ਕਵਿਤਾ ਆਪ ਜੀ ਦੇ ਸਾਹਮਣੇ ਜਿਹੜਾ ਗੀਤ ਹੈ ਲਿਖਿਆ ਹੋਇਆ ਉਹ ਆਪ ਜੀ ਨੂੰ ਸੁਣਾਉਣਾ। ਜੀ ਸੁਣ ਲੈ ਸਰਕਾਰੇ ਨੀ ਹੁੰਦੀ ਨਾਲ ਗਰੀਬਾਂ ਮਾੜੀ, ਸੁਣ ਲੈ ਸਰਕਾਰੇ ਨੀ ਹੁੰਦੀ ਨਾਲ ਗਰੀਬਾਂ ਮਾੜੀ, ਤੇਰੇ ਸਖਤ ਕਾਨੂੰਨਾਂ ਦੀ ਪੈ ਗਈ ਨਾਲ ਅਮੀਰਾਂ ਯਾਰੀ, ਸੁਣ ਲੈ ਸਰਕਾਰੇ ਨੀ ਹੁੰਦੀ ਨਾਲ ਗਰੀਬਾਂ ਮਾੜੀ, ਕਾਦਾ ਮਾਣ ਆਜ਼ਾਦੀ ਦਾ ਰੋਂਦੇ ਗੁਰਬਤ ਮਾਰੇ ਲੋਕੀ, ਕੀ ਕਰਾਂ ਸ਼ਲਾਘਾ ਮੈਂ ਤੇਰੇ ਲੋਕਤੰਤਰ ਦੀ ਫੋਕੀ, ਤੇਰੇ ਅਫਸਰ ਸ਼ਾਹਾਂ ਦੀ ਵੱਧ ਗਈ ਬਹੁਤ ਭ੍ਰਿਸ਼ਟਾਚਾਰੀ, ਸੁਣ ਲੈ ਸਰਕਾਰੇ ਨੀ ਹੁੰਦੀ ਨਾਲ ਗਰੀਬਾਂ ਮਾੜੀ। ਬਹੁਤ ਵਧੀਆ। ਕਿਤੇ ਦੰਗਿਆਂ ਪੰਗਿਆਂ ਨੇ ਵੰਡਿਆ ਦੇਸ ਮੇਰਾ ਲਾਸਾਨੀ, ਕਿਤੇ ਜਾਤ ਪਾਤ ਮਾਰੇ ਮੰਗਦਾ ਧਰਮ ਕਿਤੇ ਕੁਰਬਾਨੀ, ਘਟੀਆ ਨੇਤਾਵਾਂ ਦੀ ਵੋਟਾਂ ਲੈਣ ਲਈ ਕਾਰਗੁਜ਼ਾਰੀ, ਸੁਣ ਲੈ ਸਰਕਾਰੇ ਨੀ ਹੁੰਦੀ ਨਾਲ ਗਰੀਬਾਂ ਮਾੜੀ। ਬਹੁਤ ਅੱਛੇ। ਹੱਕ ਸਭ ਦੇ ਰੱਖਣੇ ਲਈ ਮਿਲਦਾ ਨਾ ਇਨਸਾਫ ਬਰਾਬਰ, ਹੱਕ ਸਭ ਦੇ ਰੱਖਣੇ ਲਈ ਮਿਲਦਾ ਨਾ ਇਨਸਾਫ ਬਰਾਬਰ, ਜੱਟ ਲਾਠੀ ਤਕੜੇ ਦੀ ਬਣ ਜਾਏ ਸ਼ਾਸਨ ਸੱਤਾ ਤੇ ਪਾਵਰ, ਜੰਡੂ ਸਿੰਘੀਏ ਪਵਨ ਤਾਈ ਫਿਰਦੀ ਨਿਤ ਸੀਨੇ ਵਿੱਚ ਯਾਰੀ, ਸੁਣ ਲੈ ਸਰਕਾਰੇ ਨੀ ਹੁੰਦੀ ਨਾਲ ਗਰੀਬਾਂ ਮਾੜੀ। ਬਹੁਤ ਵਧੀਆ। ਕੋਈ ਕਲਮ ਚਲਾਵੋ ਵੇ ਕੋਈ ਅਕਲ ਦੜਾਵੋ ਵੀਰੋ, ਖਾਮੋਸ਼ ਬੈਠੀਆਂ ਕਿਉਂ ਮੇਰੇ ਦੇਸ ਦੀ ਉਹ ਸ਼ਮਸ਼ੀਰੋ, ਸੋਨੇ ਦੀ ਚਿੜੀਆ ਨੂੰ ਹਾਏ ਸੋਨੇ ਦੀ ਚਿੜੀਆ ਨੂੰ ਖਾ ਗਏ ਤਸਕਰ ਤੇ ਵਪਾਰੀ, ਸੁਣ ਲੈ ਸਰਕਾਰੇ ਨੀ ਹੁੰਦੀ ਨਾਲ ਗਰੀਬਾਂ ਮਾੜੀ, ਤੇਰੇ ਸਖਤ ਕਾਨੂੰਨਾਂ ਦੀ ਪੈ ਗਈ ਨਾਲ ਅਮੀਰਾਂ ਯਾਰੀ, ਸੁਣ ਲੈ ਸਰਕਾਰੇ ਨੀ ਹੁੰਦੀ ਨਾਲ ਗਰੀਬਾਂ ਮਾੜੀ। ਕੀ ਬਾਤ ਹੈ। ਬਹੁਤ ਅੱਛੇ। ਜਿਹੜਾ ਸਰਕਾਰ ਨੂੰ ਇੱਕ ਮਿਹਣਾ ਆ ਕਿ ਕਿਸ ਤਰ੍ਹਾਂ ਉਹਦਾ ਜਿਹੜੀ ਵਿਵਸਥਾ ਜਿਹੜੀ ਆ ਹੋ ਚੁੱਕੀ ਆ, ਜਿਹੜੀ ਆ ਉਤਲ ਪੁਤਲ ਬਚੀ ਹੋਈ ਆ ਸਾਰੇ ਪਾਸੇ। ਕਹਿਣ ਦੀ ਕੋਈ ਗੱਲ ਨਹੀਂ ਰਹਿ ਗਈ ਜੀ। 75 ਸਾਲ ਹੋ ਗਏ ਆਜ਼ਾਦੀ ਨੂੰ ਤੇ ਕਾਹਦੀ ਆਜ਼ਾਦੀ ਗਰੀਬ ਬੰਦੇ ਲਈ, ਉਹ ਕਿਸੇ ਨਾ ਕਿਸੇ ਦੇ ਅਧੀਨ ਹੀ ਅੱਜ ਵੀ ਗੁਲਾਮੀ ਦੀ ਵਿਵਸਥਾ ਚ ਹੈ। ਗੁਲਾਮੀ ਆ। ਪਵਨ ਜੀ ਗੱਲਾਂ ਬਾਤਾਂ ਤੇ ਬਹੁਤ ਸਾਰੀਆਂ ਹੋਰਨੀਆਂ, ਤੁਹਾਡੇ ਗੀਤ ਹੀ ਨਹੀਂ ਜਿਹੜੇ ਇੰਨੇ ਵਧੀਆ ਕਿ ਜੀ ਕਰਦਾ ਕਿ ਸੁਣੀ ਜਾਈਏ, ਪਰ ਜਿਹੜਾ ਸਮਾਂ ਜਿਹੜਾ ਧੰਨਵਾਦ ਨਾ ਚੀਜ਼ ਨੂੰ ਇੰਨਾ ਮਾਣ ਬਖਸ਼ਦੇ ਤੁਸੀਂ ਜੀ। ਤੇ ਆਪਾਂ ਹੁਣ ਇੱਥੇ ਵਿਦਾ ਲੈਂਦੇ ਆ ਦਰਸ਼ਕਾਂ ਤੋਂ। ਸਾਡੇ ਸਟੂਡੀਓ ਵਿੱਚ ਆਏ ਸਮੁੱਚੀ ਟੀਮ ਵੱਲੋਂ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਮੈਂ ਸਾਰੇ ਦਰਸ਼ਕਾਂ ਦਾ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਮੈਨੂੰ ਇੰਨੇ ਸਮੇਂ ਲਈ ਬਰਦਾਸ਼ਤ ਕੀਤਾ, ਸੁਣਿਆ। ਤੁਸ਼ ਜਿਹੀ ਬੁੱਧੀ ਵਾਲੇ ਇਨਸਾਨ ਨੂੰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ। ਜੀ ਦਰਸ਼ਕੋ, ਹੁਣ ਦਿਓ ਇਜਾਜ਼ਤ। ਕੱਲ ਫੇਰ ਮਿਲਾਂਗੇ ਆਪਾਂ ਨਵੇਂ ਮਹਿਮਾਨ ਦੇ ਨਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।